Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ. More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਆਪਣਾ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਵੀਕਲੀ ਅਪਡੇਟਸ। ਇਹਦੇ ਵਿੱਚ ਅਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਤੇ ਉੱਥੇ ਨਾਲ ਹੀ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜਿਹੜੀਆਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਖੇਤਰ ਦੇ ਵਿੱਚ ਕੁਝ ਘਟਨਾਵਾਂ ਹੋਈਆਂ ਜਾਂ ਕੁਝ ਖਬਰਾਂ ਆਈਆਂ ਉਹਨਾਂ ਬਾਰੇ ਗੱਲ ਕਰਦੇ ਹਾਂ। ਤੇ ਸਾਰਿਆਂ ਤੋਂ ਜਿਹੜੀ ਇੰਪੋਰਟੈਂਟ ਹੈ ਉਹ ਤਾਂ ਵੀਜ਼ਾ ਬੁਲੇਟਿਨ ਹੈ, ਜਿਹੜਾ ਕਿ ਅਗਸਤ ਦਾ ਵੀਜ਼ਾ ਬੁਲੇਟਿਨ ਆ ਗਿਆ ਤੇ ਉਹਦੇ ਵਿੱਚ ਜਿਹੜੇ ਨੰਬਰਸ ਨੇ ਉਹ ਜ਼ਿਆਦਾ ਮੂਵ ਨਹੀਂ ਹੋਏ ਪਰ ਥੋੜ੍ਹੇ ਜਿਹੇ ਮੂਵ ਹੋਏ ਆ। ਉਹ ਜ਼ਿਆਦਾ ਨਾ ਮੂਵ ਹੋਣ ਦਾ ਕਾਰਨ ਹੈ ਕਿ ਐਮਬੈਸੀ ਪਿੱਛੇ 1-2 ਮਹੀਨੇ ਬੰਦ ਰਹੀ ਆ ਤੇ ਪੁਰਾਣਾ ਬੈਕਲੌਗ ਵੀ ਬਹੁਤ ਪਿਆ, ਉਹਦੇ ਕਰਕੇ ਵੀ ਇਹ ਹੋ ਸਕਦਾ। ਲੇਕਿਨ ਜਿਹੜੇ ਨੰਬਰ ਨੇ ਹੁਣ ਵੀਜ਼ਾ ਬੁਲੇਟਿਨ ਦੇ ਅਗਸਤ ਦੇ, ਜਿਹੜੀ F4 ਕੈਟੇਗਰੀ ਆ, ਇਹ ਯੂਐਸ ਸਿਟੀਜ਼ਨ ਦੇ ਭਰਾ ਭੈਣ ਦੀ ਕੈਟੇਗਰੀ ਆ, ਜਿਹੜਾ ਕਿ ਯੂਐਸ ਸਿਟੀਜ਼ਨ ਆਪਣੇ ਭਰਾ ਭੈਣ ਤੇ ਉਹਨਾਂ ਦੇ ਬੱਚੇ ਜਿਹੜੇ 21 ਸਾਲ ਤੋਂ ਘੱਟ ਅਪਲਾਈ ਕਰਦਾ, ਉੱਥੇ ਚੱਲ ਰਿਹਾ ਜੀ 1 ਸਤੰਬਰ 2005। F3 ਕੈਟੇਗਰੀ ਜਿਹੜੀ ਆ ਇਹ ਯੂਐਸ ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ ਕੈਟੇਗਰੀ ਆ ਤਾਂ ਉਹਨਾਂ ਦੇ ਅੱਗੇ ਬੱਚਿਆਂ ਦੀ, ਉੱਥੇ ਚੱਲ ਰਿਹਾ 8 ਨਵੰਬਰ 2008। F2B ਕੈਟੇਗਰੀ ਆ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਅਨਮੈਰਿਡ ਬੱਚੇ ਨੇ ਓਵਰ 21। ਕੋਈ ਗ੍ਰੀਨ ਕਾਰਡ ਹੋਲਡਰ ਸਿਰਫ ਅਨਮੈਰਿਡ ਬੱਚੇ ਲਈ ਕਰ ਸਕਦਾ, ਮੈਰਿਡ ਬੱਚੇ ਲਈ ਨਹੀਂ ਕਰ ਸਕਦਾ। ਉੱਥੇ ਚੱਲ ਰਿਹਾ ਜੀ 22 ਸਤੰਬਰ 2015। F2A ਜਿਹੜੀ ਕੈਟੇਗਰੀ ਹੈ ਇਹ ਹੈਗੀ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ ਉਹਨਾਂ ਦੇ 21 ਸਾਲ ਤੋਂ ਘੱਟ ਬੱਚੇ। ਇਹ ਕਰੰਟ ਆ ਤੇ ਇਹ ਪਹਿਲਾਂ ਵੀ ਕਰੰਟ ਸੀ, ਹੁਣ ਵੀ ਕਰੰਟ ਆ। ਉਹਦਾ ਮਤਲਬ ਇਹ ਆ ਵੀ ਸਿਟੀਜ਼ਨਸ਼ਿਪ ਤੋਂ ਬਾਅਦ ਜਦੋਂ ਕੋਈ ਬੰਦਾ ਆਪਣੇ ਸਪਾਊਸ ਜਾਂ 21 ਸਾਲ ਤੋਂ ਘੱਟ ਬੱਚਿਆਂ ਲਈ ਕਰਦਾ ਤੇ ਉਹ ਸੇਮ ਪ੍ਰੋਸੈਸਿੰਗ ਟਾਈਮ ਇਹਨੂੰ ਲੱਗੇਗਾ, ਪਰ ਫਿਲਹਾਲ ਇਹਨੂੰ ਜ਼ਿਆਦਾ ਟਾਈਮ ਲੱਗ ਰਿਹਾ। ਹੁਣ ਦੇਖਦੇ ਆ ਵੀ ਕਿਸ ਤਰ੍ਹਾਂ ਉਹਦੇ ਬਰਾਬਰ ਲਿਆਉਣਗੇ, ਪਰ ਹੈ ਕਰੰਟ ਆ। F1 ਕੈਟੇਗਰੀ ਚੱਲ ਰਿਹਾ ਜੀ 22 ਨਵੰਬਰ 2014। ਹੁਣ ਜਿਹੜੀਆਂ ਡੇਟਾਂ ਨੇ ਜਿਹਦੇ ਉੱਤੇ NVC ਜਿਹੜੀ ਹੈਗੀ ਆ ਪੇਪਰ ਮੰਗ ਰਹੀ ਆ ਲੋਕਾਂ ਤੋਂ, ਕਿਉਂਕਿ ਜਿਹੜੀ NVC ਹੁੰਦੀ ਆ ਉਹ ਵੀਜ਼ਾ ਨੰਬਰ ਅਵੇਲੇਬਲ ਹੋਣ ਤੋਂ ਕੁਛ ਮਹੀਨੇ ਪਹਿਲਾਂ ਜਿਹੜੇ ਪੇਪਰ ਮੰਗਣੇ ਸ਼ੁਰੂ ਕਰਦੀ ਆ। ਤੇ F4 ਕੈਟੇਗਰੀ ਭਰਾ ਭੈਣ ਵਾਲੀ ਕੈਟੇਗਰੀ 'ਚ NVC ਦੇ ਕੋਲ ਜਿਹੜੀ ਹੋ ਰਹੀ ਆ ਪ੍ਰੋਸੈਸਿੰਗ ਉਹ ਹੋ ਰਹੀ ਆ 1 ਦਸੰਬਰ 2005। F3 ਕੈਟੇਗਰੀ ਜਿਹੜੇ ਮੈਰਿਡ ਬੱਚੇ ਨੇ ਯੂਐਸ ਸਿਟੀਜ਼ਨ ਦੇ ਉੱਥੇ 22 ਅਗਸਤ 2009। F2B ਕੈਟੇਗਰੀ ਗ੍ਰੀਨ ਕਾਰਡ ਹੋਲਡਰਸ ਦੇ 21 ਤੋਂ ਉੱਪਰ ਅਨਮੈਰਿਡ ਬੱਚੇ 22 ਸਤੰਬਰ 2016। F2A ਕੈਟੇਗਰੀ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਦੇ ਸਪਾਊਸਿਸ 1 ਜੂਨ 2021 ਤੇ F1 ਕੈਟੇਗਰੀ ਆ 15 ਮਈ 2016। ਸੋ ਮਤਲਬ ਕੈਟੇਗਰੀਜ਼ ਮੂਵ ਹੋਈਆਂ ਨੇ ਪਰ ਉਨੀਆਂ ਨਹੀਂ ਹੋਈਆਂ ਜਿੰਨੀ ਕਿ ਸਾਨੂੰ ਉਮੀਦ ਸੀਗੀ। ਤੇ ਹੁਣ ਜਿਹੜੀ ਹੈ ਉਹ ਦੇਖਣ ਵਾਲੀ ਗੱਲ ਆ ਵੀ ਅਗਲੇ ਮਹੀਨੇ ਕਿਸ ਤਰ੍ਹਾਂ ਹੋਣਗੀਆਂ। ਤੇ ਇਸ ਤੋਂ ਬਾਅਦ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਅਮਰੀਕਾ ਦੇ ਵਿੱਚ ਜਿਹੜਾ ਅਨਐਮਪਲੋਇਮੈਂਟ ਰੇਟ ਆ ਉਹ ਕਾਫੀ ਥੱਲੇ ਆ ਗਿਆ, ਇਕਨੋਮੀ ਗਰੋ ਕਰ ਰਹੀ ਆ। ਤੇ ਅਮਰੀਕਾ ਦੀ ਇਕਨੋਮੀ ਨੇ 9,43,000 ਜੋਬਾਂ ਜਿਹੜੀਆਂ ਨੇ ਉਹ ਜੁਲਾਈ ਦੇ ਵਿੱਚ ਕ੍ਰੀਏਟ ਕੀਤੀਆਂ ਨੇ, ਐਡ ਕੀਤੀਆਂ ਨੇ। ਤੇ ਜਿਹੜਾ ਅਨਐਮਪਲੋਇਮੈਂਟ ਰੇਟ ਆ ਉਹ 5.99% ਤੋਂ ਘਟ ਕੇ ਹੁਣ 5.4% ਰਹਿ ਗਿਆ। ਤੇ ਇਕਨੋਮੀ ਜਿਹੜੀ ਆ ਉਹ 6% ਤੋਂ ਉੱਪਰ ਜਿਹੜੀ ਦਰ ਆ ਉਹ ਤੇ ਗਰੋ ਕੀਤੀ ਆ, ਬਹੁਤ ਵੱਡੀ ਗੱਲ ਆ। ਤੇ ਇਹਦੇ ਨਾਲ ਹੁਣ ਜਿਹੜੀ ਦੁਬਾਰਾ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਹੌਲੀ ਹੌਲੀ ਪਹਿਲਾਂ ਵਰਗੀ ਜਿਹੜੀ ਆ ਹੋ ਰਹੀ ਆ, ਕਿਉਂਕਿ ਜਦੋਂ ਹੋਰ ਜੋਬਾਂ ਕ੍ਰੀਏਟ ਹੋਣਗੀਆਂ ਉਹਦੇ ਨਾਲ ਸਾਰੇ ਬਿਜ਼ਨਸ ਚੱਲਣਗੇ ਤੇ ਜਿਹੜਾ ਹੈਗਾ ਉਹ ਕੰਮਕਾਰ ਤੁਰੇਗਾ। ਸੋ ਸਾਰੇ ਸੈਕਟਰਾਂ ਨੂੰ ਇਹਦਾ ਫਾਇਦਾ ਹੋ ਰਿਹਾ। ਅਗਲੀ ਇੰਪੋਰਟੈਂਟ ਖਬਰ ਇਹ ਆ ਜੀ ਕਿ ਜਿਹੜੇ ਸਟੂਡੈਂਟ ਲੋਨ ਪੇਮੈਂਟਾਂ ਨੇ ਉਹ ਜਿਹੜਾ ਉਹ 'ਤੇ ਉਹਨਾਂ ਨੇ ਮਤਲਬ ਪੌਜ਼ ਲਾਇਆ ਸੀ ਸਰਕਾਰ ਨੇ ਵੀ ਅਜੇ ਦੇਣ ਦੀ ਲੋੜ ਨਹੀਂ, ਉਹ ਵਧਾ ਦਿੱਤਾ ਹੁਣ ਜਨਵਰੀ ਤੱਕ। ਸੋ ਫਰਾਈਡੇ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਇਹਨੇ ਇਹ ਕਿਹਾ ਵੀ ਜਿਹੜੇ ਸਟੂਡੈਂਟ ਲੋਨ ਜਿਨ੍ਹਾਂ ਨੇ ਲਏ ਨੇ ਇੱਥੇ, ਜਿਹੜੇ ਖਾਸ ਕਰਕੇ ਅਮਰੀਕਾ ਦੇ ਵਿੱਚ ਜਿਹੜੇ ਅਮਰੀਕਨ ਗ੍ਰੀਨ ਕਾਰਡ ਹੋਲਡਰ ਹੈ, ਸਿਟੀਜ਼ਨ ਨੇ, ਉਹ ਸਟੂਡੈਂਟ ਲੋਨ ਲੈ ਕੇ ਪੜ੍ਹਦੇ ਆ ਕਾਫੀ, ਤੇ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਹੁਣ ਪੇਮੈਂਟਾਂ ਜਿਹੜੀਆਂ ਨੇ ਉਹ ਜਨਵਰੀ 31, 2022 ਤੱਕ ਜਿਹੜੀਆਂ ਉਹ ਦੇਣ ਦੀ ਲੋੜ ਨਹੀਂ ਹੋਏਗੀ ਤੇ ਇੰਟਰਸਟ ਰੇਟ ਵੀ 0% ਹੀ ਰਹੇਗਾ। ਸੋ ਇਹ ਕਿਉਂਕਿ ਜਿਹੜਾ ਅੱਗੇ ਸੀਗਾ ਇਹ ਸਟੂਡੈਂਟ ਲੋਨ ਨਾ ਪੇ ਕਰਨ ਦੀ ਰਾਹਤ ਇਹ ਸਤੰਬਰ 30 ਨੂੰ ਐਕਸਪਾਇਰ ਹੋਣੀ ਸੀ। ਸੋ ਇਹਨੂੰ ਹੁਣ 6 ਮਹੀਨੇ ਹੋਰ ਵਧਾ ਦਿੱਤਾ ਗਿਆ ਤੇ ਇਹ ਜਨਵਰੀ 31, 2022 ਤੱਕ ਹੁਣ ਸਟੂਡੈਂਟ ਲੋਨ ਜਿਹੜੇ ਆ ਉਹਦੀ ਜਿਹੜੀ ਹੈਗੀ ਪੇਮੈਂਟ ਦੇਣ ਦੀ ਲੋੜ ਨਹੀਂ ਹੋਏਗੀ। ਇਹ ਬੜਾ ਵੱਡਾ ਬੈਨੀਫਿਟ ਆ ਜਿਹੜਾ ਕਿ ਜਿਹੜੇ ਬੱਚਿਆਂ ਨੇ ਸਟੂਡੈਂਟ ਲੋਨ ਲਏ ਆ ਉਹਨਾਂ ਨੂੰ ਇੱਕ ਬੜੀ ਵੱਡੀ ਰਾਹਤ ਜਿਹੜੀ ਆ ਇਹਦੇ ਨਾਲ ਮਿਲ ਰਹੀ ਆ ਤੇ ਹੁਣ ਜਾਰੀ ਰਹੇਗੀ ਜਨਵਰੀ 31, 2022 ਤੱਕ। ਇਸ ਤੋਂ ਇਲਾਵਾ ਹੋਰ ਜਿਹੜੀ ਖਬਰ ਆ ਉਹ ਇਹ ਆ ਕਿ ਟੈਕਸਸ ਦਾ ਜਿਹੜਾ ਹੈਗਾ ਗਵਰਨਰ ਉਹਨੇ
ਇੱਕ ਆਰਡਰ ਜਾਰੀ ਕੀਤਾ ਸੀਗਾ ਕਿ ਜਿਹੜੇ ਮਾਈਗ੍ਰੈਂਟਸ ਨੂੰ ਸਰਕਾਰ ਛੱਡਦੀ ਆ, ਰਿਲੀਜ਼ ਕਰਦੀ ਆ ਬਾਰਡਰ ਤੇ, ਉਹਨਾਂ ਨੂੰ ਜਿਹੜੇ ਨੌਨ ਗਵਰਨਮੈਂਟ ਬੰਦੇ ਨੇ, ਕੰਟਰੈਕਟਰਸ ਨੇ, ਉਹ ਟਰਾਂਸਪੋਰਟ ਨਹੀਂ ਕਰ ਸਕਦੇ। ਕਿਉਂਕਿ ਹੁੰਦਾ ਕੀ ਆ ਵੀ ਜਦੋਂ ਕਿਸੇ ਨੂੰ ਆਈਸ ਜਾਂ ਬਾਰਡਰ ਪੈਟਰੋਲ ਜਿਹੜੀ ਆ ਉਹ ਛੱਡਦੀ ਆ, ਜਾਂ ਇਮੀਗ੍ਰੇਸ਼ਨ ਜੱਜ ਹੀ ਛੱਡਦਾ, ਤੇ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਜਿਹੜਾ ਉੱਥੋਂ ਟਰਾਂਸਪੋਰਟ ਕੀਤਾ ਜਾਂਦਾ, ਉਹ ਜਿਹੜੇ ਪ੍ਰਾਈਵੇਟ ਕੰਟਰੈਕਟਰ ਹੁੰਦੇ ਆ ਉਹ ਕਰਦੇ, ਜਿਨ੍ਹਾਂ ਨੂੰ ਕਿ ਸਰਕਾਰ ਪੈਸੇ ਦਿੰਦੀ ਆ। ਤੇ ਉੱਥੋਂ ਦੇ ਗਵਰਨਰ ਨੇ ਉਹ ਬੈਨ ਲਾਤਾ ਸੀ ਤੇ ਉਹਨੂੰ ਚੈਲੰਜ ਕੀਤਾ ਸੀ ਅਟਾਰਨੀ ਜਨਰਲ ਨੇ, ਤੇ ਕੋਰਟ ਨੇ ਸਟੇ ਦੇ ਦਿੱਤੀ ਆ, ਅਟਾਰਨੀ ਜਨਰਲ ਦੇ ਹੱਕ 'ਚ ਫੈਸਲਾ ਕੀਤਾ, ਤੇ ਹੁਣ ਦੁਬਾਰਾ ਉਹ ਸਿਸਟਮ ਫੇਰ ਸ਼ੁਰੂ ਹੋ ਜਾਏਗਾ ਕਿ ਜਿਹੜੇ ਵੀ ਬੰਦਿਆਂ ਨੂੰ ਰਿਲੀਜ਼ ਕੀਤਾ ਜਾਂਦਾ, ਜਿਹੜੇ ਆਉਂਦੇ ਆ ਬਾਰਡਰ ਕ੍ਰਾਸ ਕਰਕੇ, ਉਹਨਾਂ ਨੂੰ ਜਿਹੜੀ ਉਹਦੀ ਟਰਾਂਸਪੋਰਟੇਸ਼ਨ ਆ ਉਹ ਜਿਹੜੇ ਪ੍ਰਾਈਵੇਟ ਕੰਟਰੈਕਟਰ ਆ ਉਹ ਕਰਦੇ ਰਹਿਣਗੇ। ਕਿਉਂਕਿ ਕੋਰਟ ਨੇ ਅਟਾਰਨੀ ਜਨਰਲ ਦੀ ਰਿਕੁਐਸਟ ਤੇ ਉੱਥੇ ਸਟੇ ਦੇ ਦਿੱਤੀ ਆ ਉਹਨੂੰ, ਉਸ ਜਿਹੜਾ ਆਰਡਰ ਸੀਗਾ ਉਹਦਾ ਗਵਰਨਰ ਦਾ। ਸੋ ਇਹ ਬੜੀ ਵੱਡੀ ਜਿੱਤ ਹੈ ਇੱਕ ਕਿਸਮ ਦੀ, ਆਪਾਂ ਕਹਿ ਲਈਏ ਕਿ ਜਿਹੜੇ ਮਾਈਗ੍ਰੈਂਟਸ ਆਉਂਦੇ ਆ ਉਹਨਾਂ ਲਈ। ਇਹਦੇ ਨਾਲ ਨਾਲ ਜਿਹੜੀ ਹੋਰ ਇੱਕ ਬੜੀ ਇੰਪੋਰਟੈਂਟ ਖਬਰ ਆ ਉਹ ਇਹ ਸੀ, ਆਪਾਂ ਪਿਛਲੇ ਹਫਤੇ ਵੀ ਇਹਦੇ ਬਾਰੇ ਜ਼ਿਕਰ ਕੀਤਾ ਪਿਛਲੀਆਂ ਵੀਡੀਓ 'ਚ ਵੀ ਸਰਕਾਰ ਨੇ ਹੁਣੇ ਡਿਪੋਰਟੇਸ਼ਨ ਨੀਤੀ ਬਣਾਈ ਆ ਕਿ ਜਿਹੜੇ ਬੰਦੇ ਇੱਥੇ ਆਉਂਦੇ ਆ ਖਾਸ ਕਰਕੇ ਫੈਮਲੀਆਂ ਦੇ ਨਾਲ, ਉਹਨਾਂ ਨੂੰ ਐਕਸਪੀਡਾਈਟਡ ਲਈ ਰਿਮੂਵ ਕੀਤਾ ਜਾਊਗਾ ਕਿ ਉਹਨਾਂ ਦੇ ਕੇਸ ਇਮੀਗ੍ਰੇਸ਼ਨ ਜੱਜ ਕੋਲ ਨਹੀਂ ਜਾਣਗੇ, ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਉੱਥੋਂ ਜਿਹੜਾ ਮਤਲਬ ਬਾਰਡਰ ਤੋਂ ਹੀ ਵਾਪਸ ਆਪੋ ਆਪਣੀ ਕੰਟਰੀ ਜਿਹੜਾ ਭੇਜਿਆ ਜਾਊਗਾ। ਜ਼ਿਆਦਾ ਜਿਹੜਾ ਇਹਨਾਂ ਨੇ ਟਾਰਗੇਟ ਕਰ ਰਹੇ ਨੇ ਉਹ ਜਿਹੜੇ ਸੈਂਟਰਲ ਅਮਰੀਕਾ ਦੇ ਬੰਦੇ ਉਹਨਾਂ ਨੂੰ ਕਰ ਰਹੇ ਨੇ, ਜਿਨ੍ਹਾਂ ਵਿੱਚ ਐਲ ਸੈਲਵਾਡੋਰ ਆ ਗਿਆ, ਗੁਆਟੇਮਾਲਾ ਆ ਗਿਆ, ਹੰਡੋਰਸ ਆ ਗਿਆ, ਉਹਨਾਂ ਨੂੰ। ਹੁਣ ਜਿਹੜਾ ਇਹਦੇ ਥੋੜੀ ਕਲੈਰੀਫਿਕੇਸ਼ਨ ਆਈ ਹੈ, ਕਿਉਂਕਿ ਮੈਨੂੰ ਵੀ ਕਾਫੀ ਲੋਕਾਂ ਦੇ ਸਵਾਲ ਆਏ, ਮਕੌਲਾਂ ਆਈਆਂ, ਤੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਜਿਹੜਾ ਵੀ ਆਉਂਦਾ ਮਤਲਬ ਬਾਰਡਰ ਤੇ ਉਹਨੂੰ ਡਿਪੋਰਟ ਕਰ ਦਿੱਤਾ ਜਾਏਗਾ। ਇਸ ਤਰ੍ਹਾਂ ਨਹੀਂ ਆ। ਇਹ ਜਿਹੜੀ ਨੀਤੀ ਪਿਛਲੀ ਸਰਕਾਰ ਦੀ ਸੀਗੀ ਉਹ ਸੀਗੀ ਜ਼ਰੂਰ ਇਹ ਕਿ ਜਿਹੜਾ ਆਉਂਦਾ ਹੈਗਾ ਉੱਥੇ ਜ਼ੀਰੋ ਟੋਲਰੈਂਸ ਪਾਲਿਸੀ ਸੀ ਕਿ ਹਰੇਕ ਨੂੰ ਡਿਪੋਰਟ ਕਰ ਦਿਓ, ਕ੍ਰੈਡੀਬਲ ਫੀਅਰ 'ਚੋਂ ਫੇਲ ਕਰ ਦਿਓ, ਪਰ ਇਹ ਹੁਣ ਨਹੀਂ ਆ। ਕਲੈਰੀਫਿਕੇਸ਼ਨ ਸਰਕਾਰ ਨੇ ਕੀਤੀ ਆ ਕਿ ਜਿਹੜੇ ਵੀ ਇੱਥੇ ਪਰਿਵਾਰ ਆਉਣਗੇ ਇੱਦਾਂ ਬਾਰਡਰ ਕ੍ਰਾਸ ਕਰਕੇ, ਉਹਨਾਂ ਨੂੰ ਪੁੱਛਿਆ ਜਾਊ ਕਿ ਤੁਹਾਨੂੰ ਕੋਈ ਖਤਰਾ ਹੈ ਕਿ ਨਹੀਂ, ਤੇ ਜੇ ਉਹ ਕਹਿਣਗੇ ਸਾਨੂੰ ਖਤਰਾ ਹੈਗਾ ਤੇ ਡਿਟੇਲ 'ਚ ਦੱਸਣਗੇ ਵੀ ਕੀ ਖਤਰਾ ਆਪਣੀ ਕੰਟਰੀ ਦੇ ਵਿੱਚ ਹੈ, ਤੇ ਕੀ ਉਹਨਾਂ ਦਾ ਕੇਸ ਜਿਹੜੇ ਅਸਾਈਲਮ ਦੇ 5 ਗਰਾਊਂਡ ਉਹਨਾਂ ਵਿੱਚ ਆਉਂਦਾ, ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾਊਗਾ। ਉਹਨਾਂ ਦੇ ਕੇਸ ਜਿਹੜੇ ਆ ਉਹ ਇਮੀਗ੍ਰੇਸ਼ਨ ਜੱਜਾਂ ਅੱਗੇ ਜਿਹੜੇ ਰੱਖੇ ਜਾਣਗੇ, ਤੇ ਉਹਨਾਂ ਨੂੰ ਜੇ ਬੌਂਡ ਹੁੰਦਾ ਜਾਂ ਜੋ ਵੀ ਆ ਉਹ ਹਿਸਾਬ ਨਾਲ ਛੱਡਿਆ ਜਾਊਗਾ। ਪਰ ਜਿਹੜੇ ਬੰਦੇ ਇਹ ਕਹਿਣਗੇ ਵੀ ਸਾਨੂੰ ਖਤਰਾ ਕੋਈ ਨਹੀਂ, ਤੇ ਜਾਂ ਉਹਨਾਂ ਦਾ ਜਿਹੜਾ ਕਲੇਮ ਆ ਉਹ ਅਸਾਈਲਮ ਦਾ ਨਹੀਂ ਬਣਦਾ, ਜਿਹੜੇ ਉਹਦੇ 5 ਗਰਾਊਂਡ ਆ ਉਹਨਾਂ ਦੇ ਵਿੱਚ ਨਹੀਂ ਆਉਂਦਾ, ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਸੋ ਇਹ ਇੱਕ ਬਹੁਤ ਵੱਡੀ ਰਾਹਤ ਹੈ ਉਹਨਾਂ ਬੰਦਿਆਂ ਲਈ ਜਿਹੜੇ ਕਿ ਬਾਰਡਰ ਕ੍ਰਾਸ ਕਰਕੇ ਆਉਂਦੇ ਆ। ਦੋ ਅਸੀਂ ਹਮੇਸ਼ਾ ਕਹਿੰਦੇ ਆ ਵੀ ਇਹ ਰਸਤਾ ਗਲਤ ਹੈ, ਇਸ ਰਸਤੇ ਨਾਲ ਨਾ ਆਓ, ਕਿਉਂਕਿ ਜਿੱਥੇ ਤੁਹਾਡੀ ਆਪਣੀ ਜਾਨ ਨੂੰ ਖਤਰਾ, ਉੱਥੇ ਇਹ ਜਿਹੜੀ ਮਤਲਬ ਕਾਰਵਾਈ ਹੈ ਕਾਨੂੰਨ ਦੀ ਵੀ ਲੰਘਣਾ। ਤੇ ਇਹ ਜਿਹੜੀ ਇੰਨੀ ਜ਼ਿਆਦਾ ਕ੍ਰਾਸਿੰਗ ਹੋ ਰਹੀ ਹੈ, ਇਹਦੇ ਕਰਕੇ ਹੀ ਜਿਹੜੇ 2 ਬਿੱਲ ਹੈਗੇ ਆ ਉਹ ਅਟਕੇ ਪਏ ਆ ਅਮਰੀਕਨ ਸੰਸਦ ਦੇ ਵਿੱਚ। ਉਹਨਾਂ ਨੂੰ ਹਾਊਸ ਨੇ ਪਾਸ ਕਰਕੇ ਭੇਜਿਆ ਸੀ। ਇੱਕ ਸੀਗਾ ਜਿਹੜੇ ਬੱਚਿਆਂ ਦਾ ਬਿੱਲ ਡ੍ਰੀਮਰਸ, ਤੇ ਦੂਜਾ ਸੀਗਾ ਐਗਰੀਕਲਚਰ ਵਰਕਰ ਦਾ TPS। ਇਹਨਾਂ ਨੂੰ ਜਿਹੜਾ ਹੈਗਾ ਉਹ ਉੱਥੇ ਅਜੇ ਵਿਰਾਮ ਲੱਗਿਆ। ਉਹਦਾ ਕਾਰਨ ਹੀ ਇਹ ਹੈਗਾ ਕਿ ਜਿਹੜੇ ਬੰਦੇ ਦੀ ਸਪੋਰਟ ਨਹੀਂ ਕਰ ਰਹੇ, ਉਹ ਇਹ ਕਹਿ ਰਹੇ ਆ ਕਿ ਜੀ ਜਿਹੜੀ ਬਾਰਡਰ ਤੇ ਸਿਚੁਏਸ਼ਨ ਜਿਹੜੀ ਆ ਉਹ ਠੀਕ ਨਹੀਂ, ਬਹੁਤ ਜ਼ਿਆਦਾ ਲੋਕ ਆ ਰਹੇ ਆ, ਉਹ ਜਿਹੜੀ ਸਿਚੁਏਸ਼ਨ ਹੈਗੀ ਉਹ ਖਰਾਬ ਆ, ਪਹਿਲਾਂ ਇਹਨੂੰ ਠੀਕ ਕਰੋ। ਸੋ ਹੁਣ ਇਹਨਾਂ ਨੇ ਸਖਤੀ ਕੀਤੀ ਆ, ਪਰ ਨਾਲ ਇਹ ਰਾਹਤ ਦੇ ਦਿੱਤੀ ਆ ਵੀ ਇੱਕ ਤਾਂ ਬੱਚਿਆਂ ਨੂੰ ਮਾਂ-ਬਾਪ ਤੋਂ ਅੱਡ ਨਹੀਂ ਕੀਤਾ ਜਾਏਗਾ, ਜੋ ਕਿ ਸਰਕਾਰ ਦੀ ਨੀਤੀ ਆ, ਤੇ ਦੂਜਾ ਸਰਕਾਰ ਨੇ ਇਹ ਕਿਹਾ ਵੀ ਜੇ ਕੋਈ ਪਰਿਵਾਰ ਜਾਂ ਜਿਹੜਾ ਬੰਦਾ ਆਉਂਦਾ ਉਹ ਇਹ ਗੱਲ ਕਹੇਗਾ ਕਿ ਮੈਨੂੰ ਖਤਰਾ ਆਪਣੀ ਕੰਟਰੀ 'ਚ, ਮੈਂ ਨਹੀਂ ਜਾ ਸਕਦਾ ਵਾਪਸ, ਤੇ ਉਹ ਖਤਰਾ ਇਦਾਂ ਦਾ ਹੋਵੇ ਕਿ ਜਿਹੜਾ ਅਸਾਈਲਮ ਦੇ 5 ਗਰਾਊਂਡ ਆ ਉਹਨਾਂ ਦੇ ਵਿੱਚ ਆਉਂਦਾ ਹੋਵੇ, ਤਾਂ ਉਹਨੂੰ ਡਿਪੋਰਟ ਨਹੀਂ ਕੀਤਾ ਜਾਊਗਾ, ਉਹਦਾ ਕੇਸ ਅੱਗੇ ਇਮੀਗ੍ਰੇਸ਼ਨ ਜੱਜ ਕੋਲ ਭੇਜਿਆ ਜਾਊਗਾ। ਇਹ ਬਹੁਤ ਇੰਪੋਰਟੈਂਟ ਖਬਰ ਆ, ਤੇ ਇਹਦੇ ਨਾਲ ਜਿਹੜੀ ਹੈਗੀ ਆ ਕਾਫੀ ਰਾਹਤ ਜਿਹੜੀ ਆ ਉਹਨਾਂ ਲੋਕਾਂ ਨੂੰ ਮਿਲੇਗੀ। ਤੇ ਇਸ ਤੋਂ ਬਾਅਦ ਜਿਹੜੀ ਹੁਣ ਗੱਲ ਕਰਨੀ ਆ ਉਹ ਇਮੀਗ੍ਰੇਸ਼ਨ ਕੋਰਟਾਂ ਦੀ ਕਰਨੀ ਆ। ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਜਿਹੜੇ ਕੇਸ ਨੇ ਉਹਦੀਆਂ ਜਿਹੜੀਆਂ ਡੇਟਾਂ ਨੇ, ਜਿਵੇਂ ਮੈਂ ਦੱਸਿਆ ਸੀ ਪਹਿਲਾਂ ਵੀ ਮਾਸਟਰ ਹੀਅਰਿੰਗਾਂ ਨਹੀਂ ਹੋ ਰਹੀਆਂ, ਤੇ ਉਹਦੀ ਥਾਂ ਤੇ ਜਾਂ ਟੈਲੀਫੋਨਿਕ ਹੋ ਰਹੀਆਂ ਨੇ, ਤੇ ਜਾਂ ਜਿਹੜੀਆਂ ਡੇਟਾਂ ਨੇ ਉਹ ਰਿਟਨ ਪਲੀਡਿੰਗਸ ਜਿਹੜੀਆਂ ਉਹ ਲਈਆਂ ਜਾ ਰਹੀਆਂ, ਤੇ ਫਿਰ ਫਾਈਨਲ ਡੇਟ ਇੰਡੀਵਿਜੂਅਲ ਦੇ ਰਹੇ ਆ। ਇੰਡੀਵਿਜੂਅਲ ਡੇਟਾਂ ਜ਼ਰੂਰ ਹੋ ਰਹੀਆਂ, ਲੇਕਿਨ ਹੁਣ ਸਰਕਾਰ ਨੇ ਇੱਕ PD ਪ੍ਰੋਗਰਾਮ ਜਿਹੜਾ ਇੰਪਲੀਮੈਂਟ ਪਿੱਛੇ ਕੀਤਾ ਸੀ, ਜਿਹੜਾ ਕਿ ਪ੍ਰੈਜ਼ੀਡੈਂਟ ਓਬਾਮੇ ਵੇਲੇ ਹੁੰਦਾ ਸੀ ਤੇ ਬਾਅਦ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਨੇ ਬੰਦ ਕਰਤਾ, ਇਹਨਾਂ ਨੇ ਫੇਰ ਸ਼ੁਰੂ ਕੀਤਾ। ਉਹਦੇ ਤਹਿਤ ਜਿਹੜੇ ਜੱਜਸ ਨੇ ਜਾਂ ਸਰਕਾਰੀ ਵਕੀਲ ਨੇ ਉਹ ਹੁਣ ਕਾਫੀ ਅੱਗੇ ਨਾਲੋਂ ਨਰਮ ਹੋਏ ਨੇ, ਤੇ ਉਹ ਪੁੱਛ ਰਹੇ ਨੇ ਹਰੇਕ ਨੂੰ ਵੀ ਤੂੰ PD ਲੈਣੀ ਹੈ ਕਿ ਨਹੀਂ। PD ਦਾ ਮਤਲਬ ਹੁੰਦਾ ਕਿ ਉਹਦਾ ਕੇਸ ਉਨੀ ਦੇਰ ਲਈ ਹੋਲਡ ਤੇ ਪਾ ਦਿੱਤਾ ਜਾਂਦਾ, ਤੇ ਐਡਮਿਨਿਸਟ੍ਰੇਟਿਵਲੀ ਕਲੋਜ਼ ਹੋ ਜਾਂਦਾ, ਤੇ ਵਰਕ ਪਰਮਿਟ ਜੇ ਇਹਨੂੰ ਮਿਲਿਆ ਉਹ ਮਿਲਦਾ ਰਹਿੰਦਾ ਆ, ਲੇਕਿਨ ਅਸਾਈਲਮ ਜਿਹੜਾ ਉਹ ਗ੍ਰਾਂਟ ਨਹੀਂ ਹੁੰਦਾ, ਜਾਣ ਆਉਣ ਦੀ ਪਰਮਿਸ਼ਨ ਨਹੀਂ ਹੁੰਦੀ, ਉਹਦੇ ਤੇ ਗ੍ਰੀਨ ਕਾਰਡ ਨਹੀਂ ਮਿਲਦਾ।
ਬਰਨਾਲ ਦੇ ਨਾਲ ਇਹ ਆ ਵੀ ਉਹ ਬੰਦਾ ਇੱਥੇ ਰਹਿ ਸਕਦਾ, ਪਰ ਜਿਹੜਾ ਉਹਦਾ ਵਰਕ ਪਰਮਿਟ ਆ ਉਹ ਰਿਨਿਊ ਜਿਹੜਾ ਉਹ ਹੁੰਦਾ ਰਹਿੰਦਾ ਆ। ਸੋ ਇਹ ਜਿਹੜਾ PD ਪ੍ਰੋਗਰਾਮ ਹੈ ਇਹਨੂੰ ਹੁਣ ਜ਼ੋਰ ਸ਼ੋਰ ਨਾਲ ਸਰਕਾਰ ਇੰਪਲੀਮੈਂਟ ਕਰ ਰਹੀ ਆ, ਤੇ ਤਕਰੀਬਨ ਸਾਡੇ ਹੀ ਮਤਲਬ 5 ਕੇਸ ਜਿਹੜੇ ਸੀਗੇ ਪਿਛਲੇ ਹਫਤੇ ਸੀਗੀਆਂ ਡੇਟਾ ਮਾਸਟਰ ਜਿਹੜੇ ਕਿਸੇ ਟੈਲੀਫੋਨਿਕ ਕਰਾਈਆਂ, ਉਹ ਸਾਰਿਆਂ 'ਚ ਉਹਨਾਂ ਨੇ ਪੁੱਛਿਆ ਵੀ PD ਲੈਣੀ ਹੈ ਕਿ ਨਹੀਂ। ਤੇ ਦੂਜਾ ਇਹ ਆ ਵੀ ਜਿਹੜੀ ਪਾਸਿੰਗ ਪਰਸੈਂਟੇਜ ਵੀ ਕਾਫੀ ਆ। ਸਾਡੀਆਂ 3 ਇੰਡੀਵਿਜੂਅਲ ਡੇਟਾਂ ਸੀਗੀਆਂ ਪਿਛਲੇ ਹਫਤੇ, ਤੇ ਪ੍ਰਮਾਤਮਾ ਦੀ ਕਿਰਪਾ ਨਾਲ 3 ਹੀ ਕੇਸ ਪਾਸ ਹੋਏ ਆ। ਤੇ ਇਹਦੇ ਨਾਲ ਇਹ ਵੀ ਦੱਸਦਾ ਕਿ ਸਾਡੀਆਂ 2 ਡੇਟਾਂ ਸੀਗੀਆਂ ਸਿਟੀਜ਼ਨਸ਼ਿਪ ਦੇ ਕੇਸਾਂ ਦੀਆਂ, ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਵੀ ਦੋਨੇ ਕੇਸ ਪਾਸ ਹੋਏ ਆ। ਸੋ ਇਹਦੇ 'ਚ ਮੈਨੂੰ ਕਈ ਸਵਾਲ ਜਿਹੜੇ ਹੈਗੇ ਲੋਕ ਪੁੱਛਦੇ ਆ ਵੀ ਸਿਟੀਜ਼ਨਸ਼ਿਪ ਦਾ ਕੀ ਪ੍ਰੋਸੀਜਰ ਆ ਜੇ ਇੰਗਲਿਸ਼ ਨਹੀਂ ਆਉਂਦੀ। ਉਹ ਜਿਹੜੇ ਸਾਡੇ ਕੇਸ ਪਾਸ ਹੋਏ ਆ, ਤੁਹਾਨੂੰ ਉਹਨਾਂ ਦਾ ਐਕਸਪੀਰੀਅੰਸ ਦੱਸ ਦਿੰਦੇ ਆ ਕਿ ਜਦੋਂ USCIS 'ਚ ਇੰਟਰਵਿਊ ਹੁੰਦੀ ਆ, ਪਹਿਲਾਂ ਤਾਂ ਹੁਣ ਜਿਹੜੇ ਬੰਦੇ ਨੇ ਬਹੁਤ ਘੱਟ ਬੁਲਾਏ ਜਾਂਦੇ ਇੰਟਰਵਿਊ ਲਈ, ਉਹਨਾਂ ਨੂੰ ਬਕਾਇਦਾ ਉੱਥੇ ਸੋਸ਼ਲ ਡਿਸਟੈਂਸਿੰਗ ਹੁੰਦੀ ਆ, ਮਾਸਕ ਪਾਉਣਾ ਪੈਂਦਾ, ਤੇ ਇਹ ਨਹੀਂ ਹੁੰਦਾ ਜਿਵੇਂ ਅੱਗੇ ਹੁੰਦਾ ਸੀ ਵੀ 100 ਬੰਦਾ ਹਾਲ 'ਚ ਬੈਠਾ, ਹੁਣ ਸਿਰਫ 8-10 ਬੰਦੇ ਹੀ ਹੁੰਦੇ ਆ ਉੱਥੇ, ਤੇ ਉਹਨਾਂ ਨੂੰ ਵੀ ਪ੍ਰੋਪਰ ਤਰੀਕੇ ਨਾਲ ਜਦੋਂ ਟਾਈਮ ਹੈ ਉਹ ਉਦੋਂ ਹੀ ਬੁਲਾਇਆ ਜਾਂਦਾ, ਤਾਂ ਫਿਰ ਜ਼ਿਆਦਾ ਦੇਰ ਵੇਟ ਨਹੀਂ ਕਰਾਈ ਜਾਂਦੀ। ਪਰ ਜਿਵੇਂ ਹੁਣ ਸਰਕਾਰ ਦੀ ਨੀਤੀ ਆ ਕਿ ਜਿਹੜੀ ਸਿਟੀਜ਼ਨਸ਼ਿਪ ਹੈ ਇਹਦਾ ਜਿਹੜਾ ਹੈਗਾ ਉਹ ਜ਼ਿਆਦਾ ਲੋਕਾਂ ਨੂੰ ਦਿੱਤੀ ਜਾਵੇ ਜਿਹੜੇ ਹੱਕਦਾਰ ਨੇ, ਹੁਣ ਇਹਦੇ ਵਿੱਚ ਵੀ ਕਾਫੀ ਰਵੱਈਆ ਚੇਂਜ ਆ ਸਰਕਾਰ ਦਾ, ਜਿਹੜੇ ਅਫਸਰਾਂ ਦਾ ਮੈਂ ਦੇਖ ਰਿਹਾ ਉਹ ਕਾਫੀ ਨਰਮ ਹੋਏ ਆ। ਤੇ ਲਾਅ ਬੇਸਿਕਲੀ ਇਹ ਹੈਗਾ ਕਿ ਜੇ ਕੋਈ ਬੰਦਾ ਇੱਥੇ 5 ਸਾਲ ਤੋਂ ਰਹਿ ਰਿਹਾ ਤੇ ਉਹ 5 ਚੋਂ 2.5 ਸਾਲ ਜਿਹੜਾ ਉਹ ਅਮਰੀਕਾ 'ਚ ਲਗਾਤਾਰ ਰਿਹਾ, ਤੇ ਜੇ ਬਾਹਰ ਵੀ ਗਿਆ ਆ ਤੇ 6 ਮਹੀਨੇ ਦੇ ਵਿੱਚ ਮੁੜ ਕੇ ਆਇਆ ਵਾਪਸ, ਉਹ ਕਿ ਵਿਦਿਨ 6 ਮੰਥਸ ਉਹਨੂੰ ਵਾਪਸ ਆਉਣਾ ਪੈਂਦਾ, ਤੇ ਉਹਨੇ ਕੋਈ ਕ੍ਰਿਮੀਨਲ ਜਿਹੜਾ ਹੈਗਾ ਉਹ ਇਹੋ ਜਿਹਾ ਕੰਮ ਨਹੀਂ ਕੀਤਾ, ਤੇ ਉਹਦਾ ਜਿਹੜਾ ਅੰਡਰਲਾਈਨ ਕੇਸ ਹੈ ਜਿਹਦੇ ਕਰਕੇ ਇਹਨੂੰ ਗ੍ਰੀਨ ਕਾਰਡ ਮਿਲਿਆ ਉਹਦੇ 'ਚ ਕੋਈ ਪ੍ਰੋਬਲਮ, ਕੋਈ ਫਰਾਡ ਵਗੈਰਾ ਦੀ ਨਹੀਂ ਹੈਗੀ, ਤਾਂ ਉਹ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ। ਤੇ ਜੇ ਉਹੀ ਬੰਦਾ US ਸਿਟੀਜ਼ਨ ਨਾਲ ਮੈਰਿਡ ਆ ਤਾਂ ਉਹ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ ਉਹ 3 ਸਾਲਾਂ ਬਾਅਦ ਕਰ ਸਕਦਾ, ਬਾਕੀ ਸਾਰੇ 5 ਸਾਲਾਂ ਬਾਅਦ ਕਰ ਸਕਦੇ ਆ। ਸੋ ਇਹ ਜਿਹੜੀ ਸਿਟੀਜ਼ਨਸ਼ਿਪ ਹੈ ਇਹਨੂੰ ਜਿਹੜਾ ਕਰਨ ਦਾ ਜੇ ਹੁਣ ਇੰਗਲਿਸ਼ ਨਹੀਂ ਆਉਂਦੀ, ਕਿਉਂਕਿ ਇਹਦਾ ਬਕਾਇਦਾ ਇੱਕ ਟੈਸਟ ਹੁੰਦਾ, ਇੱਕ ਸਿਵਿਕ ਟੈਸਟ ਹੁੰਦਾ, ਇੱਕ ਹਿਸਟਰੀ ਦਾ ਹੁੰਦਾ, ਫਿਰ ਐਪਲੀਕੇਸ਼ਨ ਜੋ ਵੀ ਜਿਹੜੇ ਸਵਾਲ ਜਵਾਬ ਪੁੱਛਦੇ ਨੇ ਉਹ 'ਚ ਹਾਂ ਨਾ ਦੇ ਕੁਐਸਚਨ ਹੁੰਦੇ ਆ, ਇਹ ਮੇਕ ਸ਼ੋਰ ਕਰਨ ਲਈ ਵੀ ਕੀ ਇਹਨੂੰ ਸਮਝ ਆ ਰਹੀ ਹੈ ਕੀ ਕਹਿ ਰਿਹਾ। ਉਹ ਜੇ ਟੈਸਟ ਵੀ ਕਿਸੇ ਬੰਦੇ ਤੋਂ ਨਹੀਂ ਦੇ ਹੁੰਦਾ, ਓਲਡ ਏਜ ਕਾਰਨ ਜਾਂ ਕਈਆਂ ਨੂੰ ਡਿਪਰੈਸ਼ਨ ਹੁੰਦਾ ਜਾਂ ਕੋਈ ਹੋਰ ਪ੍ਰੋਬਲਮ ਹੈ ਮੈਂਟਲ, ਤਾਂ ਉਹਦਾ ਇਲਾਜ ਇਹ ਹੈਗਾ ਕਿ ਇੱਕ ਡਾਕਟਰ ਜਿਹੜਾ ਕੁਆਲੀਫਾਈਡ ਡਾਕਟਰ ਹੋਵੇ MD, ਉਹ ਇੱਕ ਫਾਰਮ ਭਰੇ N648। ਉਹ ਫਾਰਮ ਜਿਹੜਾ ਹੈਗਾ ਉਹ ਜਦੋਂ ਆਪਾਂ ਅਪਲਾਈ ਕਰਦੇ ਹਾਂ ਸਿਟੀਜ਼ਨਸ਼ਿਪ ਦਾ ਕੇਸ, ਉਹਦੇ ਨਾਲ ਹੀ ਅਪਲਾਈ ਕਰਨਾ ਪੈਂਦਾ, ਨਾਲ ਹੀ ਕਰਨਾ ਪੈਂਦਾ ਮਤਲਬ ਫਾਈਲ ਉਹ, ਤੇ ਉਹ ਫਾਰਮ ਦੇ ਵਿੱਚ ਉਹ ਡਿਟੇਲ ਦੇ ਵਿੱਚ ਖਾਨੇ ਬਣੇ ਹੁੰਦੇ ਆ, ਉਹ 'ਚ ਉਹਨੂੰ ਭਰਨੇ ਪੈਂਦੇ ਵੀ ਕੀ ਇਹਨੂੰ ਪ੍ਰੋਬਲਮ ਆ, ਕਿਉਂ ਇਹ ਜਿਹੜਾ ਹੈਗਾ ਟੈਸਟ ਨਹੀਂ ਦੇ ਸਕਦਾ, ਜਾਂ ਉਹ ਆਮ ਤੌਰ 'ਤੇ ਜਿਹੜੀ ਪ੍ਰੋਬਲਮ ਹੁੰਦੀ ਭੁੱਲਣ ਦੀ ਹੁੰਦੀ ਆ ਕਿ ਕਈ ਬੰਦਿਆਂ ਦੀ ਜਿਹੜੀ ਮੈਮਰੀ ਹੈਗੀ ਏਜ ਕਰਕੇ, ਜਿਵੇਂ ਹੁਣ ਜਿਹੜੇ ਜ਼ਿਆਦਾ ਉਮਰ ਦੇ ਹੋ ਜਾਂਦੇ ਘਟ ਜਾਂਦੀ ਹੈ, ਜਾਂ ਕਈਆਂ ਨੂੰ ਡਿਪਰੈਸ਼ਨ ਹੁੰਦਾ, ਡਿਪਰੈਸ਼ਨ ਤਾਂ ਕਿਸੇ ਉਮਰ 'ਚ ਵੀ ਹੋ ਸਕਦਾ, ਜਾਂ ਕੋਈ ਹੋਰ ਕਈਆਂ ਨੂੰ ਸਟ੍ਰੈਸ ਡਿਸਆਰਡਰ ਹੁੰਦਾ, ਤੇ ਇਦਾਂ ਦੀਆਂ ਜਿਹੜੀਆਂ ਮੈਂਟਲ ਬਿਮਾਰੀਆਂ ਬੇਸ਼ੁਮਾਰ ਨੇ, ਜਿੰਨੀਆਂ ਸਰੀਰ ਦੀਆਂ ਬਿਮਾਰੀਆਂ ਨੇ ਉਨੀਆਂ ਮੈਂਟਲ ਬਿਮਾਰੀਆਂ, ਤੇ ਉਹਨਾਂ ਵਿੱਚੋਂ ਕੋਈ ਇਹੋ ਜਿਹੀਆਂ ਜੇ ਬਿਮਾਰੀਆਂ ਹੋਣ ਕਿ ਉਹਨੂੰ ਨਹੀਂ ਯਾਦ ਰਹਿੰਦਾ ਜਾਂ ਉਹ ਨਵੀਂ ਚੀਜ਼ ਨਹੀਂ ਸਿੱਖ ਸਕਦਾ, ਤਾਂ ਉਹ ਜਿਹੜਾ ਹੈਗਾ ਡਾਕਟਰ ਲਿਖ ਦੇਵੇ, ਤੇ ਜੇ ਉਹ ਡਾਕਟਰ ਦਾ ਲਿਖਿਆ ਠੀਕ ਹੋਵੇ ਉਹਨੂੰ ਪ੍ਰੋਪਰ, ਤਾਂ ਉਹ ਟੈਸਟ ਮਾਫ ਹੋ ਜਾਂਦਾ, ਤੇ ਸਿਰਫ ਸਟੇ ਦੇਖ ਕੇ ਰੈਕਡ ਦੇਖ ਕੇ ਜਿਹੜੀ ਸਿਟੀਜ਼ਨਸ਼ਿਪ ਮਿਲ ਜਾਂਦੀ ਆ। ਸੋ ਇਹ ਸਾਡੇ 2 ਕੇਸ ਹੁਣ ਪਾਸ ਹੋਏ ਨੇ, ਉਹਨਾਂ ਨੂੰ ਬਿਲਕੁਲ ਇੰਗਲਿਸ਼ ਨਹੀਂ ਸੀ ਆਉਂਦੀ, ਤੇ ਉਹਨਾਂ ਦਾ ਇਹ ਫਾਰਮ N648 ਲਾਇਆ, ਮੈਂ ਨਾਲ ਗਿਆ ਡੇਟ ਤੇ ਉਹ ਦੋਨੇ ਹੀ ਕੇਸ ਜਿਹੜੇ ਆ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਪਾਸ ਹੋਏ ਆ, ਤੇ ਉਹ ਬੰਦੇ ਸਿਟੀਜ਼ਨ ਬਣੇ ਆ। ਹੁਣ ਸਮਾਂ ਹੋ ਗਿਆ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦਾ, ਤੇ ਕਾਫੀ ਜ਼ਿਆਦਾ ਸਵਾਲ ਨੇ, ਤੇ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਜਿਹੜਾ ਦੇਖਦੇ ਹੋ, ਸਾਨੂੰ ਮਾਣ ਦਿੰਦੇ ਹੋ ਕਿ ਸਾਡੇ ਕੋਲ ਸਵਾਲ ਪੁੱਛਦੇ ਹੋ, ਤੇ ਮੇਰੀ ਖੁਸ਼ਕਿਸਮਤੀ ਆ ਕਿ ਮੈਂ ਤੁਹਾਡੇ ਕਿਸੇ ਕੰਮ ਆ ਸਕਦਾ, ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਦੇਖਦੇ ਰਹੋ, ਸਵਾਲ ਆਪਣੇ ਭੇਜਦੇ ਰਹੋ, ਤੇ ਮੇਰੀ ਕੋਸ਼ਿਸ਼ ਹੋਊਗੀ ਵੀ ਤੁਹਾਨੂੰ ਮੈਂ ਜਿੰਨੇ ਵੀ ਵੱਧ ਤੋਂ ਵੱਧ ਜਵਾਬ ਜਿਹੜੇ ਆ ਉਹ ਸਹੀ ਤਰੀਕੇ ਨਾਲ, ਸੌਖੇ ਤਰੀਕੇ ਨਾਲ ਦੇ ਸਕਾਂ। ਪਹਿਲਾ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਜਿਹੜੀ ਅਮਰੀਕਾ ਦੀ ਉਹਨਾਂ ਨੇ ਕਿਹਾ ਕਿ ਮੈਂ ਆਪਣੀ 12ਵੀਂ ਜਮਾਤ 2019 ਦੇ ਵਿੱਚ ਪਾਸ ਕੀਤੀ ਆ ਨਾਨ ਮੈਡੀਕਲ ਸਟਰੀਮ ਨਾਲ, ਤੇ ਮੈਂ IELTS ਵੀ ਕੀਤਾ ਆ, ਤੇ ਕੀ ਮੈਂ ਅਮਰੀਕਾ ਆ ਸਕਦਾ ਸਟੱਡੀ ਵੀਜ਼ੇ ਲਈ, ਤੇ ਜਾਂ ਨਹੀਂ, ਜਾਂ ਮੈਂ ਇੱਥੇ ਉੱਦਾਂ ਹੀ ਆ ਸਕਦਾ ਬਾਰਡਰ ਕ੍ਰਾਸ ਕਰਕੇ। ਦੇਖੋ, ਜਿਹੜਾ ਤਾਂ ਬਾਰਡਰ ਕ੍ਰਾਸ ਕਰਕੇ ਆਉਣ ਦੀ ਗੱਲ ਆ ਉਹ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਵੀ ਉਹ ਰਸਤਾ ਠੀਕ ਨਹੀਂ ਆਉਣਾ ਚਾਹੀਦਾ, ਤੁਹਾਡੀ ਜਾਨ ਨੂੰ ਵੀ ਖਤਰਾ, ਕਿਉਂਕਿ ਜਿਹੜੇ ਬੰਦੇ ਲੈ ਕੇ ਆਉਂਦੇ ਨੇ ਬਾਰਡਰ ਤੋਂ ਪਹਿਲਾਂ ਤਾਂ ਉਹਨਾਂ ਦੀ ਕ੍ਰੈਡੀਬਿਲਿਟੀ ਕੋਈ ਨਹੀਂ ਹੁੰਦੀ। ਦੂਸਰਾ ਇਹ ਆ ਇਲੀਗਲ ਹੈ, ਐਂਟਰੀ ਮਿਲੇ ਨਾ ਮਿਲੇ, ਤੁਸੀਂ ਕ੍ਰੈਡੀਬਲ 'ਚੋਂ ਪਾਸ ਹੋ ਨਾ ਹੋ ਇਹਦੀ ਕੋਈ ਗਰੰਟੀ ਨਹੀਂ। ਸੋ ਇਸ ਕਰਕੇ, ਲੇਕਿਨ ਜਿਹੜਾ ਲੀਗਲ ਤਰੀਕਾ ਆ ਅਮਰੀਕਾ ਦੇ ਵਿੱਚ ਇਹੋ ਜਿਹਾ ਸਿਸਟਮ ਨਹੀਂ ਹੈਗਾ ਕੋਈ ਕੈਨੇਡਾ ਵਾਂਗੂ ਵੀ ਜੇ ਤੁਸੀਂ IELTS ਦੇ ਇੰਨੇ ਪੁਆਇੰਟ ਕਰ ਲਏ, ਤੁਹਾਡੇ ਇੰਨੇ ਬੈਂਡ ਆ ਗਏ, ਤੁਹਾਡੇ ਇੰਨੇ ਨੰਬਰ ਬਣ ਗਏ ਆ ਸਕਦੇ ਹੋ। ਅਮਰੀਕਾ ਦਾ ਸਟੂਡੈਂਟ ਵੀਜ਼ਾ ਜਿਹੜਾ ਉਹਦੇ ਵਾਸਤੇ ਬੇਸਿਕਲੀ ਇੱਥੇ ਐਡਮਿਸ਼ਨ ਲੈਣੀ ਪੈਂਦੀ ਹੈ ਕਿਸੇ
ਕਾਲਜ ਜਾਂ ਯੂਨੀਵਰਸਿਟੀ 'ਚ, ਤੇ ਉਹ ਹੋਵੇ ਯੂਨੀਵਰਸਿਟੀ ਜਿਹੜੀ ਕਿ ਤੁਹਾਨੂੰ ਸਟੂਡੈਂਟ ਵੀਜ਼ੇ ਲਈ ਸਪਾਂਸਰ ਕਰਦੀ ਆ, ਤੁਹਾਨੂੰ I-20 ਫਾਰਮ ਦਿੰਦੀ ਆ, ਤੇ ਉਸ ਤੋਂ ਬਾਅਦ ਤੁਸੀਂ ਉਹ ਜਿਹੜਾ ਹੈਗਾ ਉਹ ਅਪਲਾਈ ਕਰਦੇ ਹੋ। ਤੁਹਾਨੂੰ ਸ਼ੋਅ ਕਰਨੇ ਪੈਂਦੇ ਫੰਡਸ ਵੀ ਤੁਹਾਡੇ ਕੋਲੇ ਇੱਥੇ ਰਹਿਣ ਦੇ, ਮਤਲਬ ਪੜ੍ਹਨ ਦਾ ਖਰਚਾ ਹੈਗਾ ਸਾਰਾ, ਜਾਂ ਇੱਥੋਂ ਕੋਈ ਐਫੀਡੇਵਿਟ ਸਪੋਰਟ ਦੇਵੇ ਅਮਰੀਕਾ ਤੋਂ ਜਾਂ ਇੰਡੀਆ ਤੁਹਾਡੇ ਕੋਲ ਅਕਾਊਂਟ 'ਚ ਹੈਗੇ ਆ, ਤਾਂ ਫਿਰ ਅੰਬੈਸੀ ਦੀ ਮਰਜ਼ੀ ਆ ਵੀਜ਼ਾ ਦੇਣਾ ਨਾ ਦੇਣਾ। ਕਈਆਂ ਨੂੰ ਐਡਮਿਸ਼ਨ ਹੋਈ ਹੁੰਦੀ ਹੈ, ਸਾਰਾ ਕੁਝ ਹੁੰਦਾ, ਫਿਰ ਵੀ ਅੰਬੈਸੀ ਰਿਫਿਊਜ਼ ਕਰ ਦਿੰਦੀ ਆ, ਕਿਉਂਕਿ ਉਹਨਾਂ ਨੇ ਇਹ ਦੇਖਣਾ ਹੁੰਦਾ ਵੀ ਕੀ ਇਹ ਪੜ੍ਹਨ ਚੱਲਿਆ ਕਿ ਉੱਦਾਂ ਰਹਿਣ ਚੱਲਿਆ, ਵੀ ਵਾਪਸ ਮੁੜ ਕੇ ਆਊਗਾ ਕਿ ਨਹੀਂ ਆਊਗਾ। ਅਗਲਾ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਮੇਰੇ ਫਾਦਰ ਨੇ F3 ਵੀਜ਼ਾ ਪਟੀਸ਼ਨ ਅਪਲਾਈ ਕੀਤੀ ਸੀ, ਮੇਰੀ ਪ੍ਰਾਇਓਰਟੀ ਡੇਟ ਹੈਗੀ ਮਾਰਚ 2010, ਕਿੰਨਾ ਟਾਈਮ ਲੱਗੂਗਾ? ਮੈਂ ਹੁਣੇ ਦੱਸ ਕੇ ਹਟਿਆ ਜੀ ਕਿ ਜਿਹੜੀ F3 ਕੈਟਾਗਰੀ ਆ, ਜਿਹੜਾ ਅਗਸਤ ਦਾ ਵੀਜ਼ਾ ਬੁਲੇਟਿਨ ਆ, ਉਹਦੇ ਮੁਤਾਬਕ ਉੱਥੇ ਚੱਲ ਰਿਹਾ ਜੀ 8 ਨਵੰਬਰ 2008। ਸੋ ਜੇ ਤੁਹਾਡਾ 2000 ਜਿਹੜਾ ਹੈਗਾ 10 'ਚ ਕੀਤਾ ਤਾਂ ਜੇ 2 ਸਾਲ, 1.5 ਤੋਂ 2 ਸਾਲ ਹੋਰ ਲੱਗ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਬੇਟਾ US ਸਿਟੀਜ਼ਨ ਆ, ਇਹਨੇ ਸਪਟੈਂਬਰ ਦੇ ਵਿੱਚ 2020 'ਚ ਅਪਲਾਈ ਕੀਤਾ ਸੀ, ਇੰਟਰਵਿਊ ਕਦੋਂ ਆਊਗੀ? ਤੇ ਇਹ ਹੁਣ ਤੁਸੀਂ ਕਲੀਅਰ ਨਹੀਂ ਕੀਤਾ ਵੀ ਉਹਨੇ ਅਪਲਾਈ ਕਿਹਦਾ ਕੀਤਾ ਆ। ਜੇ ਤਾਂ ਉਹਨੇ ਅਪਲਾਈ ਜਿਹੜਾ ਹੈਗਾ ਉਹ ਤੁਹਾਡਾ ਕੀਤਾ ਤੇ ਉਹਦੀ 21 ਸਾਲ ਤੋਂ ਉਮਰ ਅੱਪ ਹੈਗੀ ਹੈ ਤੇ ਸਿਟੀਜ਼ਨ ਆ, ਤਾਂ ਫਿਰ ਇਹਨੂੰ ਸਾਲ ਕੁ ਲੱਗ ਸਕਦਾ ਜੇ, ਕਿਉਂਕਿ ਜਿਹੜਾ ਪੁਰਾਣਾ ਬੈਕਲੌਗ ਆ ਉਹ ਵੀ ਕਾਫੀ ਆ, ਤੇ ਕਿਉਂਕਿ ਜਿਹੜੀ ਹੈਗੀ ਕਾਫੀ ਡਿਲੇ ਸੀ ਪਿੱਛੇ ਇਸ ਕੈਟਾਗਰੀ, ਤੇ ਬੈਨ ਵੀ ਲੱਗਿਆ ਸੀ, ਉਹਦੇ ਕਰਕੇ ਕਾਫੀ ਡਿਲੇ ਹੈਗੀ ਆ, ਪਰ ਟਾਈਮ ਲੱਗੂਗਾ ਇਹਨੂੰ। ਅਗਲਾ ਸਵਾਲ ਹੈ ਜੀ ਕਿ ਜਿਹੜਾ 90 ਦਿਨ ਦਾ ਰੂਲ ਹੈਗਾ ਉਹ ਇਮੀਡੀਏਟ ਰਿਲੇਟਿਵ ਤੇ ਅਪਲਾਈ ਹੁੰਦਾ। 90 ਦਿਨ ਦਾ ਰੂਲ ਤਾਂ ਜਿੰਨੀਆਂ ਵੀ ਇਮੀਗ੍ਰੇਸ਼ਨ ਪਟੀਸ਼ਨਾਂ ਨੇ ਤਕਰੀਬਨ ਸਾਰਿਆਂ ਤੇ ਹੀ ਸਰਕਾਰ ਅਲਾਓ ਕਰਦੀ ਹੈ ਜਿੱਥੇ ਕਿ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਹੋ ਰਹੀ ਹੁੰਦੀ ਆ, ਲੇਕਿਨ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਕੋਈ ਪ੍ਰਾਇਓਰਟੀ ਡੇਟ ਆ, ਉਹ ਵੈਸੇ ਹੀ ਡਿਲੇ ਆ। ਜਿਵੇਂ ਹੁਣ ਅੱਜ ਕੱਲ੍ਹ ਕਾਫੀ ਜਿਹੜਾ ਹੈਗਾ ਬੈਕਲੌਗ ਆ, ਕਾਫੀ ਕੇਸ ਇਕੱਠੇ ਪਏ ਆ ਪਿਛਲੇ ਸਾਲ 1.5 ਸਾਲ ਦੇ, ਜਿਹੜੇ ਕਿ ਪਿਛਲੇ ਸਾਲ ਹੋਣੇ ਚਾਹੀਦੇ ਸੀ ਉਹ ਨਹੀਂ ਹੋ ਸਕੇ, ਉਹਦੇ ਕਰਕੇ ਡਿਲੇ ਹੈਗੀ ਆ, ਤੇ ਉਹ ਲਾਗੂ ਤਾਂ ਜਿਹੜੀ ਸਰਕਾਰ ਕਰ ਸਕਦੀ ਆ। ਅਗਲਾ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਤੋਂ ਆਇਆ ਤੇ ਅਸੀਂ ਸਾਡੀ ਇੰਟਰਵਿਊ F4 ਕੈਟਾਗਰੀ ਦੀ ਆਈ ਸੀ, ਇਹ ਪਟੀਸ਼ਨ 2004 'ਚ ਅਪਲਾਈ ਕੀਤੀ ਸੀਗੀ, ਤੇ ਸਾਨੂੰ ਵੀਜ਼ਾ ਮਿਲ ਗਿਆ ਪਰ ਅਸੀਂ ਜਾ ਨਹੀਂ ਸਕੇ, ਤੇ ਇਸ ਕਰਕੇ ਸਾਡਾ ਕੈਂਸਲ ਹੋ ਗਿਆ। ਹੁਣ ਸਾਨੂੰ ਅੰਬੈਸੀ ਤੋਂ ਅਜੇ ਕੋਈ ਈਮੇਲ ਨਹੀਂ ਆਈ। ਦੇਖੋ ਇਹ ਸਿਚੁਏਸ਼ਨ ਦੇ ਵਿੱਚ ਜੇ ਤੁਹਾਨੂੰ ਵੀਜ਼ਾ ਮਿਲ ਗਿਆ ਸੀ ਪਰ ਤੁਸੀਂ ਨਹੀਂ ਆ ਸਕੇ ਕਿਉਂਕਿ ਲੋਕਡਾਊਨ ਲੱਗ ਗਿਆ, ਤੁਸੀਂ ਅੰਬੈਸੀ ਨਾਲ ਕੰਟੈਕਟ ਕਰੋ, ਉਹਨਾਂ ਨੂੰ ਈਮੇਲ ਕਰੋ, ਤੁਹਾਡਾ ਕੋਈ ਵਕੀਲ ਆ ਉਹ ਕੰਟੈਕਟ ਕਰੇ, ਤਾਂ ਫਿਰ ਉਹ ਤੁਹਾਨੂੰ ਦੁਬਾਰਾ ਬੁਲਾਉਣਗੇ। ਪਰ ਜਿਹੜੇ ਮੈਂ 1-2 ਕੇਸਾਂ ਦੇ ਵਿੱਚ ਇਦਾਂ ਦੀ ਪੈਰਵੀ ਕਰਕੇ ਕਢਾਈਆਂ ਡੇਟਾਂ, ਉਹਨਾਂ ਦੇ ਮੈਡੀਕਲ ਦੁਬਾਰਾ ਮੰਗੇ ਆ, ਤੇ ਉਹਨਾਂ ਦੇ ਜਿਹੜੇ ਹੈਗੀਆਂ ਪੁਲਿਸ ਕਲੀਅਰੈਂਸ ਤੇ ਪਾਸਪੋਰਟ ਕਲੀਅਰੈਂਸ ਰਿਪੋਰਟ ਦੁਬਾਰਾ ਮੰਗੀ ਆ। ਇਹ 2 ਚੀਜ਼ਾਂ ਦੁਬਾਰਾ ਮੰਗੀਆਂ ਨੇ, ਡੇਟਾ ਉਹ ਦੇ ਦਿੰਦੇ ਨੇ, ਤੇ ਲੈ ਕੇ ਜਾਓ ਤਾਂ ਵੀਜ਼ਾ ਦੁਬਾਰਾ ਇਸ਼ੂ ਕਰਨਗੇ, ਉਹਨਾਂ ਨਾਲ ਕੰਟੈਕਟ ਕਰੋ। ਅਗਲਾ ਸਵਾਲ ਹੈ ਜੀ ਕਿ ਸਾਨੂੰ F1 ਸਟੂਡੈਂਟ ਵੀਜ਼ਾ ਮਿਲਿਆ ਸੀ 2019 'ਚ, ਜਿਹੜਾ ਕਿ 24 ਤੱਕ ਵੈਲਿਡ ਆ, ਤੇ ਮੈਂ ਉਹਨੂੰ ਯੂਜ਼ ਨਹੀਂ ਕੀਤਾ, ਤੇ ਮੈਂ ਆਪਣੀ ਐਡਮਿਸ਼ਨ ਜਿਹੜੀ ਹੈਗੀ ਡੈਫਰ ਕਰ ਲਈ ਆ, ਕਿਉਂਕਿ ਮੈਂ ਆ ਨਹੀਂ ਸਕਿਆ ਇੱਥੇ, ਤੇ ਹੁਣ ਦੁਬਾਰਾ ਮੈਂ ਇੱਥੇ ਆਉਣਾ ਚਾਹੁੰਦਾ ਆ, ਤੇ ਮੈਨੂੰ ਜਿਹੜੀ ਹੈਗੀ ਆ ਉਹ ਸੇਮ ਯੂਨੀਵਰਸਿਟੀ ਵੱਲੋਂ ਐਕਸੈਪਟੈਂਸ ਆਈ ਆ। ਹਾਂ, ਤੁਸੀਂ ਅੰਬੈਸੀ ਨਾਲ ਕੰਟੈਕਟ ਕਰੋ, ਉਹਨਾਂ ਨੂੰ ਕਹੋ ਮੈਂ ਜਾ ਨਹੀਂ ਸਕਿਆ ਤੇ ਹੁਣ ਮੈਨੂੰ ਐਡਮਿਸ਼ਨ ਮਿਲੀ ਆ, ਕਿਉਂਕਿ ਹੁਣ ਇਨ ਪਰਸਨ ਕਲਾਸਿਸ ਵੀ ਜਿਹੜੀ ਆਪਸ਼ਨ ਦਿੱਤੀ ਹੈਗੀ ਯੂਨੀਵਰਸਿਟੀਆਂ ਨੇ ਵੀ ਜਾਂ ਤੁਸੀਂ ਆਨਲਾਈਨ ਲੈ ਲਓ ਜਾਂ ਇਨ ਪਰਸਨ ਲੈ ਲਓ, ਜ਼ਿਆਦਾ ਐਜੂਕੇਸ਼ਨ ਇੰਸਟੀਟਿਊਸ਼ਨਸ ਦੀਆਂ ਆਪਸ਼ਨਸ ਹੈਗੀਆਂ। ਸੋ ਜੇ ਤੁਸੀਂ ਇਨ ਪਰਸਨ ਕਲਾਸਿਸ ਲੈਣੀ ਆ, ਤੁਸੀਂ ਅੰਬੈਸੀ ਨਾਲ ਕੰਟੈਕਟ ਕਰੋ, ਤੇ ਉਹ ਤੁਹਾਡਾ ਉਹੀ ਜਿਹੜਾ ਸਟੂਡੈਂਟ ਵੀਜ਼ਾ ਉਹ ਦੁਬਾਰਾ ਰੀਇਨਸਟੇਟ ਕਰ ਸਕਦੇ, ਤੁਹਾਨੂੰ ਆਉਣ ਦੀ ਪਰਮਿਸ਼ਨ ਦੇ ਸਕਦੇ ਆ। ਅਗਲਾ ਸਵਾਲ ਹੈ ਜੀ, ਉਹ ਕਹਿ ਰਹੇ ਕਿ ਮੇਰਾ ਬੇਟਾ US ਸਿਟੀਜ਼ਨ ਆ ਤੇ ਮੇਰੀ 55 ਸਾਲ ਦੀ ਉਮਰ ਆ, ਮੇਰਾ ਬਰਥ ਸਰਟੀਫਿਕੇਟ ਨਹੀਂ ਅਵੇਲੇਬਲ ਆ, ਤੇ ਜਿਹੜਾ ਹੁੰਦਾ ਨੋ ਐਂਟਰੀ ਦਾ ਸਰਟੀਫਿਕੇਟ ਅਵੇਲੇਬਲ ਆ, ਮੈਂ ਗ੍ਰੀਨ ਕਾਰਡ ਕਿਵੇਂ ਅਪਲਾਈ ਕਰ ਸਕਦਾ? ਦੇਖੋ, ਜੇ ਬੱਚਾ ਤੁਹਾਡਾ ਸਿਟੀਜ਼ਨ ਹੈਗਾ ਤੇ 21 ਸਾਲ ਤੋਂ ਉਮਰ ਵੱਡੀ ਆ ਬੱਚੇ ਦੀ, ਤੁਸੀਂ ਅਪਲਾਈ ਕਰ ਸਕਦੇ ਹੋ। ਤੁਹਾਡਾ ਬੇਟਾ ਜਾਂ ਜਿਹੜਾ ਬੱਚਾ ਤੁਹਾਡੇ ਵਾਸਤੇ ਅਪਲਾਈ ਕਰ ਸਕਦਾ ਤੁਹਾਡਾ ਬੇਟਾ। ਜੇ ਤੁਹਾਡੇ ਕੋਲੇ ਬਰਥ ਸਰਟੀਫਿਕੇਟ ਨਹੀਂ ਹੈਗਾ ਤਾਂ ਇਹਦੇ ਵਾਸਤੇ ਇੱਕ ਨਾਟ ਫਾਊਂਡ ਦਾ ਸਰਟੀਫਿਕੇਟ ਮਿਲ ਜਾਂਦਾ ਵੀ ਸਾਡੇ ਕੋਲ ਰਿਕਾਰਡ ਹੈ ਨਹੀਂ, ਉਹਦੀ ਜੇ ਉਹ ਪੰਜਾਬੀ ਜਾਂ ਉਹਦੀ ਜਿਹੜੀ ਹੈਗੀ ਇੰਗਲਿਸ਼ ਟ੍ਰਾਂਸਲੇਸ਼ਨ ਕਰਾਓ। ਉਹਦੇ ਨਾਲ ਐਫੀਡੇਵਿਟ ਜਿਹੜੇ ਹੈਗੇ ਉਹ ਚਾਹੀਦੇ 3-4 ਬੰਦਿਆਂ ਦੇ, ਜਿਹੜੇ ਕਿ ਸਰਟੀਫਾਈ ਕਰਨ ਕਿ ਉਹ ਤੁਹਾਨੂੰ ਜਾਣਦੇ ਆ, ਤੁਹਾਡੀ ਇੰਨੀ ਉਮਰ ਆ ਤੇ ਉਹ ਤੁਹਾਡੇ ਤੋਂ ਵੱਡੇ ਇੱਦਾਂ, ਤੇ ਉਹ ਫਿਰ ਜਿਹੜੇ ਨਾਲ ਲੱਗ ਜਾਂਦੇ ਆ, ਇਹਨੂੰ ਕਹਿੰਦੇ ਸੈਕੰਡਰੀ ਐਵੀਡੈਂਸ, ਤੇ ਇਹਦੇ ਨਾਲ ਫਿਰ ਉਹ ਕੇਸ ਅਪਲਾਈ ਹੋ ਜਾਂਦਾ। ਪਰ ਇਹਨਾਂ ਕੇਸਾਂ ਦੇ ਵਿੱਚ ਕਈ ਵਾਰ DNA ਮੰਗ ਲੈਂਦੇ ਨੇ, DNA ਵੀ ਕਰਾਉਣਾ ਚੰਗਾ ਹੁੰਦਾ, ਹੌਲੀ ਜਾ ਕੇ DNA ਕਰਾ ਲਿਓ, ਉਸ ਤੋਂ ਬਾਅਦ ਜਦੋਂ ਕੇਸ ਅਪਲਾਈ ਹੋ ਗਿਆ ਤੇ ਫਿਰ ਉਹ ਜਿਹੜਾ DNA ਆ ਉਹ ਫਿਰ ਪੱਕਾ ਹੀ ਮਤਲਬ ਸਾਬਤ ਕਰ ਦਿੰਦਾ ਕਿ ਤੁਸੀਂ ਉਹਦੇ ਫਾਦਰ ਹੋ। ਅਗਲਾ ਜਿਹੜਾ ਹੈਗਾ ਸਵਾਲ ਹੈ ਕਿ ਸਾਡੀ ਜਿਹੜੀ ਪ੍ਰਾਇਓਰਟੀ ਡੇਟ ਹੈਗੀ ਆ ਉਹ ਕਹਿੰਦੇ 2005 ਦੀ ਆ, ਤੇ ਸਾਡੇ ਜਿਹੜੇ ਡਾਕੂਮੈਂਟ ਹੈਗੇ ਆ ਉਹ 2020 'ਚ ਸਬਮਿਟ ਹੋ ਗਏ ਸੀ, ਤੇ ਹੁਣ ਜਿਹੜੀ ਆ ਉਹ ਅਸੀਂ ਸਾਡੀ ਇੰਟਰਵਿਊ ਕਦੋਂ ਆਊਗੀ? ਤੁਸੀਂ ਮੇਰਾ ਹਾਲ F4 ਕੈਟਾਗਰੀ ਦੀ ਗੱਲ ਕਰ ਰਹੇ ਹੋ,
ਤੇ ਅਜੇ F4 ਕੈਟਾਗਰੀ ਦੇ ਵਿੱਚ ਸਤੰਬਰ 2005 ਚੱਲ ਰਿਹਾ ਤੇ ਤੁਹਾਡੀ ਜੇ ਡੇਟ ਅਕਤੂਬਰ 2005 ਦੀ ਅਜੇ ਵੇਟ ਕਰੋ ਕਿਉਂਕਿ ਕਾਫੀ ਉੱਥੇ ਬੈਕਲੌਗ ਆ ਤੇ ਤੁਹਾਨੂੰ ਇੰਟਰਵਿਊ ਆਏਗੀ ਪਰ ਆਪਾਂ ਐਗਜ਼ੈਕਟਲੀ ਨਹੀਂ ਕਹਿ ਸਕਦੇ ਕਿ ਕਦੋਂ ਆਏਗੀ। ਅਗਲਾ ਸਵਾਲ ਹੈ ਜੀ ਕਿ ਉਹੀ F4 ਕੈਟਾਗਰੀ ਦਾ ਦੁਬਾਰਾ ਗਿਆ ਸਾਡੀ ਮਈ 2005 ਦੀ ਡੇਟ ਹੈਗੀ ਹੈ, ਡਾਕੂਮੈਂਟ ਅਪਰੂਵ ਹੋ ਗਏ, ਕਿੰਨਾ ਟਾਈਮ ਲੱਗੂਗਾ? ਇਹਨੂੰ ਟਾਈਮ ਲੱਗ ਸਕਦਾ ਜੀ ਕਿਉਂਕਿ ਇਸ ਕੈਟਾਗਰੀ ਨੂੰ ਉਹ ਮਤਲਬ ਜਿਹੜੇ ਹੈਗੇ ਆ ਉਹ ਕੱਢ ਤਾਂ ਰਹੇ ਆ ਕੇਸ, ਜਿਵੇਂ ਹੁਣ ਚੱਲ ਰਹੀ ਆ, ਹੁਣ ਪਿਛਲੇ ਮਹੀਨੇ ਅਗਸਤ ਸੀਗਾ, ਹੁਣ ਸਪਟੈਂਬਰ ਤੇ ਪਹੁੰਚ ਗਈ ਆ ਇਹ, ਲੇਕਿਨ ਬਹੁਤ ਸਲੋ ਆ, ਸੋ ਇਸ ਕਰਕੇ ਟਾਈਮ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ ਜੇ ਅਸੈਲਮ ਦਾ ਕੇਸ ਕਿਸੇ ਦਾ ਗ੍ਰਾਂਟ ਹੋ ਜਾਵੇ ਤਾਂ ਬੌਂਡ ਜਿਹੜਾ ਹੈਗਾ ਉਹ ਕਦੋਂ ਤੱਕ ਜਿਹੜਾ ਹੈਗਾ ਹੁੰਦਾ ਰਿਲੀਜ਼? ਦੇਖੋ ਇਸ ਤਰ੍ਹਾਂ ਆ ਕਿ ਜੇ ਅਸੈਲਮ ਕੇਸ ਕਿਸੇ ਦਾ ਗ੍ਰਾਂਟ ਹੋ ਜਾਵੇ ਤੇ ਜਿਹੜਾ ਜਿਹਨੇ ਬੌਂਡ ਤਾਰਿਆ ਹੁੰਦਾ ਬੰਦੇ ਨੇ, ਆਮ ਤੌਰ ਤੇ ਉਹਨੂੰ ਲੈਟਰ ਆ ਜਾਂਦੀ ਆ ਕਿ ਤੁਸੀਂ ਫਾਰਮ ਭਰ ਕੇ ਭੇਜੋ ਤੇ ਆਪਣਾ ਜਿਹੜਾ ਹੈਗਾ ਉਹ ਬੌਂਡ ਲੈ ਜਾਓ। ਜੇ ਨਹੀਂ ਆਵੇ ਤਾਂ ਜਿਹਦਾ ਪਾਸ ਹੋਇਆ ਕੇਸ ਉਹ ਤੇ ਜਿਹੜਾ ਗਰੰਟਰ ਹੈਗਾ ਜਿਹਨੇ ਮਤਲਬ ਬੌਂਡ ਭਰਿਆ ਉਹ ਬੰਦਾ, ਉਹ ਇਮੀਗ੍ਰੇਸ਼ਨ ਦਾ ਜਿਹੜਾ ਤੁਹਾਡਾ ਨੀਅਰੈਸਟ ਆਫਿਸ ਹੈਗਾ ਉੱਥੇ ਜਾਓ, ਉੱਥੇ ਜਾ ਕੇ ਉਹਨਾਂ ਨੂੰ ਦਿਖਾਓ ਆਪਣਾ ਗ੍ਰਾਂਟ ਦਾ ਲੈਟਰ, ਅਸੈਲਮ ਦਾ, ਇਮੀਗ੍ਰੇਸ਼ਨ ਜੱਜ ਦਾ ਜਾਂ ਅਪੀਲ ਚੋਂ ਆਇਆ ਕਿਸੇ ਦਾ ਉਹ ਹੋਊਗਾ, ਜਾਂ ਆਮ ਤੌਰ ਤੇ ਇਮੀਗ੍ਰੇਸ਼ਨ ਜੱਜ ਦੇ ਹੀ ਹੁੰਦੇ ਨੇ ਇਹਨਾਂ ਕੇਸਾਂ ਜਿਹਨਾਂ ਦਾ ਬੌਂਡ ਵਾਪਸ ਹੁੰਦਾ ਕਿਉਂਕਿ ਇਹ ਇਮੀਗ੍ਰੇਸ਼ਨ ਜੱਜ ਹੀ ਗ੍ਰਾਂਟ ਕਰਦੇ ਆ। ਉਹ ਦਿਖਾਓ, ਉਦੋਂ ਬਾਅਦ ਤੁਹਾਨੂੰ ਉਹ ਫਿਰ ਲੈਟਰ ਜਿਹੜਾ ਹੈਗਾ ਭੇਜਣਗੇ, ਉਹ ਕਹਿਣਗੇ ਠੀਕ ਆ ਤੁਹਾਨੂੰ ਲੈਟਰ ਆਊਗਾ, ਉਹਦੀ ਬੇਸ ਤੇ ਫਿਰ ਬੌਂਡ ਜਿਹੜਾ ਵਾਪਸ ਹੋ ਜਾਂਦਾ। ਪਰ ਉਹ ਮਿਲਦਾ ਉਹਨੂੰ ਹੀ ਆ ਜਿਹਨੇ ਭਰਿਆ, ਉਸੇ ਨੂੰ ਮਿਲਣਾ ਜਿਹੜੇ ਬੰਦੇ ਨੇ ਜਾ ਕੇ ਬੌਂਡ ਭਰਿਆ ਆਪਣੀ ਆਈਡੀ ਦਿਖਾ ਕੇ, ਤੇ ਉਹ ਫਿਰ ਇਹ ਤਰੀਕਾ ਉਹਦਾ ਹੈਗਾ। ਉਦੋਂ ਬਾਅਦ ਅਗਲਾ ਹੈਗਾ ਕਿ ਜੀ ਜਿਹੜਾ ਅਸੈਲਮ ਦਾ ਕੇਸ ਆ ਇਹ ਪਾਸ ਹੋਣ ਦੀ ਅੱਜ ਕੱਲ੍ਹ ਕਿੰਨੀ ਕੁ ਉਮੀਦ ਆ? ਦੇਖੋ ਮੈਂ ਇਹ ਕਹੂੰਗਾ ਵੀ ਜਿਹੜੇ ਅਸੈਲਮ ਦੇ ਕੇਸ ਨੇ ਜਾਂ ਵਿਆਹ ਦੇ ਕੇਸ ਨੇ ਤਾਂ ਹੀ ਕਰੋ ਜੇ ਤੁਹਾਨੂੰ ਉੱਥੇ ਕੋਈ ਰੀਅਲੀ ਪ੍ਰੋਬਲਮ ਹੈਗੀ ਆ ਜਾਂ ਤੁਹਾਡਾ ਜੇ ਵਿਆਹ ਸੱਚਾ ਹੈ। ਇਨ ਅਦਰ ਵਰਡਸ ਕਿ ਜੇ ਤੁਹਾਡਾ ਸੱਚਾ ਕੇਸ ਆ ਤਾਂ ਕਰੋ, ਤੁਹਾਡੇ ਕੋਲੇ ਕੋਈ ਗਰਾਊਂਡ ਆ। ਐਵੇਂ ਹੀ ਰਹਿਣ ਵਾਸਤੇ ਅਸੈਲਮ ਕੇਸ ਜਾਂ ਕੋਈ ਹੋਰ ਕੇਸ ਨਹੀਂ ਕਰਨਾ ਚਾਹੀਦਾ, ਅਮਰੀਕਨ ਲਾਅ ਦੀ ਵਾਇਲੇਸ਼ਨ ਆ, ਇਹ ਗਲਤ ਕੰਮ ਹੈ। ਤੇ ਇਸ ਕਰਕੇ ਜੇ ਕਿਸੇ ਨੇ ਵਿਆਹ ਦਾ ਵੀ ਕਰਨਾ, ਉਹ ਵੀ ਜੇ ਰੀਅਲ ਮੈਰਿਜ ਹੈਗੀ, ਕਿਉਂਕਿ ਤੁਹਾਡੇ ਇਕੱਠੇ ਰਹਿਣ ਦੇ ਪ੍ਰੂਫ ਹੋਣੇ ਚਾਹੀਦੇ ਨੇ, ਉਹ ਆ ਕੇ ਤੁਹਾਡੇ ਘਰ ਵੀ ਦੇਖ ਸਕਦੇ ਨੇ, ਤੇ ਇਸ ਕਰਕੇ ਇਹ ਰੀਅਲ ਇੱਦਾਂ ਹੀ ਅਸੈਲਮ ਦੇ 5 ਗਰਾਊਂਡ ਹੁੰਦੇ ਨੇ। ਮੈਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ 'ਚ ਦੱਸੂਗਾ ਕਿ ਉਹ ਕਿਹੜੇ 5 ਗਰਾਊਂਡ ਆ ਤੇ ਉਹਨਾਂ ਵਾਸਤੇ ਕੀ ਚਾਹੀਦਾ। ਉਹਨਾਂ 5 ਗਰਾਊਂਡਾਂ ਦੇ ਵਿੱਚ ਜਿਹੜੇ ਅਸੈਲਮ ਦਾ ਕੇਸ ਹੋਣਾ ਚਾਹੀਦਾ, ਉਹਦੇ ਨਾਲ ਤੁਹਾਡੇ ਕੋਲ ਡਾਕੂਮੈਂਟਰੀ ਐਵੀਡੈਂਸ ਚਾਹੀਦੀ ਆ ਤੇ ਜਿਹੜੇ ਪ੍ਰੂਫ ਚਾਹੀਦੇ ਨੇ ਕਿ ਜੋ ਤੁਸੀਂ ਕਹਿ ਰਹੇ ਹੋ ਸੱਚ ਬੋਲ ਰਹੇ ਹੋ। ਤੇ ਜੇ ਤੁਹਾਡਾ ਕੇਸ ਸੱਚਾ ਆ, ਤੁਹਾਨੂੰ ਵਾਕਈ ਕੋਈ ਪ੍ਰੋਬਲਮ ਹੈਗੀ ਜਾਂ ਤੁਸੀਂ ਉਹਨਾਂ ਗਰਾਊਂਡਾਂ ਦੇ ਵਿੱਚ ਆਉਂਦੇ ਆ, ਤਾਂ ਫਿਰ ਤੁਸੀਂ ਕੇਸ ਕਰੋ। ਪਾਸਿੰਗ ਪਰਸੈਂਟੇਜ ਜਿਹੜੀ ਆ, ਮੈਂ ਤੁਹਾਨੂੰ ਆਪਣੇ ਕੇਸਾਂ ਬਾਰੇ ਦੱਸ ਸਕਦਾ ਵੀ ਸਾਡੀ ਜਿਹੜੀ ਹੈਗੀ ਕੈਲੀਫੋਰਨੀਆ ਦੇ ਵਿੱਚ 90% ਤੋਂ ਉੱਪਰ ਆ ਤੇ ਨਿਊਯਾਰਕ ਦੇ ਵਿੱਚ ਵੀ ਆਲਮੋਸਟ 90% ਆ। ਸੋ ਇਹ 2 ਸਟੇਟਾਂ ਦੇ ਵਿੱਚ ਜਿਹੜਾ ਅਸੀਂ ਜ਼ਿਆਦਾ ਅਸੈਲਮ ਦੇ ਕੇਸ ਕਰਦੇ ਹਾਂ, ਉੱਥੇ 90% ਤੋਂ ਉੱਪਰ ਪਾਸ ਹੋ ਰਹੇ ਨੇ। ਬਾਕੀ ਸਟੇਟਾਂ 'ਚ ਵੀ ਹੋ ਰਹੇ ਨੇ, ਸਾਡੇ ਸ਼ਿਕਾਗੋ 'ਚ ਵੀ ਪਾਸ ਹੋਏ ਨੇ, ਕਲੀਵਲੈਂਡ ਓਹਾਇਓ 'ਚ ਵੀ ਹੋਏ ਨੇ, ਲੇਕਿਨ ਇਹ ਜਿਹੜੀਆਂ 2 ਜੁਰਿਸਡਿਕਸ਼ਨ ਨੇ ਇੱਥੇ ਜ਼ਿਆਦਾ ਹੋ ਰਹੇ। ਬਾਕੀ ਤਾਂ ਲਾ ਤਾਂ ਉਹੀ ਆ। ਸੋ ਜੇ ਕੇਸ ਤੁਹਾਡਾ ਜਿਹੜਾ ਹੈਗਾ ਉਹ ਸੱਚਾ ਆ, ਤੁਹਾਡੇ ਕੋਲ ਡਾਕੂਮੈਂਟੇਸ਼ਨ ਹੈਗੀ ਆ, ਤਾਂ ਉਹ ਪਾਸ ਹੋਣਾ ਹੀ ਹੋਣਾ, ਤੇ ਜੇ ਨਹੀਂ ਹੋਊਗਾ ਤਾਂ ਅੱਗੇ ਅਪੀਲ ਹੋ ਜਾਂਦੀ ਆ, ਅਪੀਲ ਦੇ ਵਿੱਚ ਪਾਸ ਹੋ ਜਾਂਦੇ ਨੇ। ਸੋ ਇਸ ਕਰਕੇ ਇਹ ਪਰ ਕਰੋ ਤਾਂ ਜੇ ਤੁਹਾਡਾ ਕੋਈ ਰੀਅਲ ਗਰਾਊਂਡ ਬਣਦਾ, ਅਦਰਵਾਈਜ਼ ਐਵੇਂ ਕੇਸ ਇੱਥੇ ਰਹਿਣ ਵਾਸਤੇ ਨਹੀਂ ਕਰਨਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਅਸੈਲਮ ਦਾ ਜਿਹੜਾ ਵਰਕ ਪਰਮਿਟ ਆ ਉਹ ਕਦੋਂ ਮਿਲਦਾ? ਦੇਖੋ ਜੇ ਤੁਸੀਂ ਜਿਹੜਾ ਹੈਗਾ ਉਹ ਅਸੈਲਮ ਕੇਸ ਅਪਲਾਈ ਜਦੋਂ ਵੀ ਕੀਤਾ, ਚਾਹੇ ਤੁਸੀਂ ਇਮੀਗ੍ਰੇਸ਼ਨ ਜੱਜ ਕੋਲ ਕਰਦੇ ਆ, ਚਾਹੇ ਤੁਸੀਂ ਜਿਹੜਾ ਹੈਗਾ ਉਹ ਅਸੈਲਮ ਆਫਿਸ 'ਚ ਕਰਦੇ ਆ। ਜਿਹੜਾ ਇਮੀਗ੍ਰੇਸ਼ਨ ਜੱਜ ਕੋਲ ਕਰਦੇ ਆ ਉਹਨੂੰ ਕਹਿੰਦੇ ਨੇ ਡਿਫੈਂਸਿਵ ਅਸੈਲਮ, ਜਿਹੜਾ ਆਪਾਂ ਅਸੈਲਮ ਆਫਿਸ 'ਚ ਕਰਦੇ ਆ ਉਹਨੂੰ ਕਹਿੰਦੇ ਨੇ ਅਫਰਮੇਟਿਵ ਅਸੈਲਮ। ਲਾ ਇਹ ਹੈਗਾ ਕਿ ਜੇ ਤੁਸੀਂ ਕਰਦੇ ਹੋ ਤਾਂ 6 ਮਹੀਨੇ ਬਾਅਦ ਵਰਕ ਪਰਮਿਟ ਜਿਹੜਾ ਐਲੀਜੀਬਲ ਹੋ ਜਾਂਦਾ। ਪਰ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਟਾਈਮ ਵਧਾ ਕੇ ਸਾਲ ਕਰਤਾ ਸੀ ਵੀ ਸਾਲ ਬਾਅਦ ਕਰੋ, ਲੇਕਿਨ ਇੱਕ ASAP ਆਰਗੇਨਾਈਜੇਸ਼ਨ ਹੈ, ਉਹਨੇ ਕੇਸ ਕੀਤਾ ਸੀ ਸਰਕਾਰ ਤੇ, ਉਹਨਾਂ ਨੂੰ ਸਟੇ ਮਿਲੀ ਹੋਈ ਆ ਵੀ ਜਿਹੜੇ ਉਹਨਾਂ ਦੇ ਮੈਂਬਰ ਆ ਉਹ 6 ਮਹੀਨੇ ਬਾਅਦ ਕਰ ਸਕਦੇ ਆ। ਸੋ ਉਹਦੀ ਮੈਂਬਰਸ਼ਿਪ ਲੈ ਕੇ ਲੈਣੀ ਪੈਂਦੀ ਆ ਤੇ ਉਸ ਤੋਂ ਬਾਅਦ 6 ਮਹੀਨੇ ਬਾਅਦ 180 ਦਿਨ ਬਾਅਦ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਤੁਹਾਡਾ ਕੇਸ ਲੱਗਣ ਤੋਂ ਬਾਅਦ, ਚਾਹੇ ਉਹ ਕੇਸ ਇਮੀਗ੍ਰੇਸ਼ਨ ਕੋਰਟ 'ਚ ਆ, ਚਾਹੇ ਉਹ ਕੇਸ ਜਿਹੜਾ ਹੈਗਾ ਉਹ ਅਸੈਲਮ ਆਫਿਸ 'ਚ ਆ। ਸੋ ਜੇ 180 ਦਿਨ ਬਾਅਦ ਕਰਦੇ ਆ, ਉਸ ਤੋਂ ਬਾਅਦ ਤਕਰੀਬਨ ਅੱਜ ਕੱਲ੍ਹ 1.5 ਮਹੀਨੇ 2 ਮਹੀਨੇ ਦੇ ਵਿੱਚ ਜਿਹੜਾ ਵਰਕ ਪਰਮਿਟ ਆ ਉਹ 2 ਸਾਲ ਦਾ ਆ ਜਾਂਦਾ, ਨਾਲ ਸੋਸ਼ਲ ਸਿਕਿਉਰਿਟੀ ਵੀ ਆ ਜਾਂਦੀ ਹੈ। ਤੇ ਜੇ ਤੁਹਾਡਾ ਰਿਨਿਊਅਲ ਆ, ਤੁਹਾਨੂੰ ਪਹਿਲਾਂ ਮਿਲਿਆ ਹੋਇਆ ਵਰਕ ਪਰਮਿਟ 2 ਸਾਲ ਦਾ, ਉਹ ਹੁਣ ਐਕਸਪਾਇਰ ਹੋਣ ਵਾਲਾ, ਤੁਸੀਂ ਉਹ ਅਪਲਾਈ ਕੀਤਾ, ਉਹਨੂੰ ਅੱਜ ਕੱਲ੍ਹ 6 ਮਹੀਨੇ ਤੋਂ ਲੈ ਕੇ 9 ਮਹੀਨੇ ਦਾ ਟਾਈਮ ਲੱਗ ਰਿਹਾ। ਸੋ ਜਿਹੜੀ ਐਵਰੇਜ ਟਾਈਮ 8 ਤੋਂ 9 ਮਹੀਨੇ ਆ। ਸੋ ਉਹਨੂੰ ਕਾਫੀ ਟਾਈਮ ਲੱਗ ਰਿਹਾ, ਇਸ ਕਰਕੇ ਉਹ ਪਹਿਲਾਂ ਅਪਲਾਈ ਕਰਨਾ ਚਾਹੀਦਾ ਟਾਈਮ ਤੋਂ। 8 ਤੋਂ 9 ਮਹੀਨੇ ਜਿਹੜੇ ਆਮ ਲੱਗ ਰਹੇ ਨੇ
ਤੇ ਇਸ ਕਰਕੇ ਉਹ ਟਾਈਮ ਜ਼ਿਆਦਾ ਹੋਣ ਕਰਕੇ ਕਾਫੀ ਲੋਕੀ ਪਰੇਸ਼ਾਨ ਹੁੰਦੇ ਨੇ, ਕਈਆਂ ਦੇ ਜੋਬਾਂ ਚਲੇ ਜਾਂਦੀਆਂ, ਕਈ ਬੰਦੇ ਦੇ ਲਾਇਸੈਂਸ ਐਕਸਪਾਇਰ ਹੋ ਜਾਂਦੇ ਆ, ਪਰ ਉਹ ਤੁਸੀਂ ਉਸ ਹਿਸਾਬ ਨਾਲ ਅਪਲਾਈ ਕਰੋ। ਅਗਲਾ ਸਵਾਲ ਹੈ ਜੀ ਕਿ ਅਸੀਂ ਅਪਲਾਈ ਕੀਤਾ ਸੀ ਵੀਜ਼ਾ 2006 'ਚ ਅਗਸਤ 'ਚ, F4 ਕੈਟਾਗਰੀ, ਕਿੰਨਾ ਟਾਈਮ ਲੱਗੂਗਾ? ਅਜੇ ਚੱਲ ਰਿਹਾ ਜੀ F4 ਕੈਟਾਗਰੀ 'ਚ ਸਤੰਬਰ 1 2005 ਅਗਸਤ ਦੇ ਵੀਜ਼ਾ ਬੁਲੇਟਿਨ ਦੇ ਮੁਤਾਬਕ। ਸੋ ਅਜੇ ਤੁਸੀਂ ਹਿਸਾਬ ਲਾ ਲਓ ਵੀ ਤੁਹਾਨੂੰ ਅਜੇ ਸਾਲ ਲੱਗ ਜਾਣਾ ਹੋਰ। ਤੇ ਅਗਲਾ ਸਵਾਲ ਹੈ ਜੀ, ਉਹ ਕਹਿੰਦੇ ਕਿ ਸਰ ਮੇਰੇ ਫਾਦਰ ਨੇ I-730 ਅਪਲਾਈ ਕੀਤਾ 2019 'ਚ ਤੇ ਪ੍ਰੋਸੈਸਿੰਗ ਟਾਈਮ ਜਿਹੜਾ ਹੈਗਾ ਮਾਰਚ ਕੀਤਾ, ਅਪ੍ਰੈਲ ਚੱਲ ਰਿਹਾ ਤੇ ਕੋਈ ਅਪਰੂਵਲ ਨਹੀਂ ਆਈ, ਕੁਛ ਨਹੀਂ। ਦੇਖੋ I-730 ਫਾਰਮ ਬੇਸਿਕਲੀ ਜਿਹੜਾ ਹੈਗਾ ਉਹ ਅਸੈਲੀ ਲੈਟਰ ਪਟੀਸ਼ਨ ਆ ਕਿ ਕੇਸ ਪਾਸ ਹੋ ਗਿਆ ਅਸੈਲਮ ਦਾ, ਉਹਨੇ ਆਪਣੇ ਬੱਚਿਆਂ ਲਈ ਕੀਤਾ ਤੇ ਇਹਨੂੰ ਟਾਈਮ ਲੱਗ ਰਿਹਾ। ਅੱਜ ਕੱਲ੍ਹ ਤਕਰੀਬਨ ਜਿਹੜੀ ਹੈਗੀ 2-2.5 ਸਾਲ ਦੀ ਵੇਟ ਹੈ ਇਹਦੇ 'ਚ, ਸੋ ਤੁਹਾਨੂੰ ਵੇਟ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਨੇ ਕਿ ਮੈਂ 2015 'ਚ ਐਂਟਰ ਹੋਇਆ ਤੇ 4 ਟਾਈਮ ਮੇਰੀ ਫਾਈਨਲ ਇੰਟਰਵਿਊ ਆਈ ਤੇ 2 ਟਾਈਮ ਤਾਂ ਸਨੋ ਸਟੋਰਮ ਹੋ ਗਿਆ, ਮੈਂ ਜਿਹੜੀ ਇੰਟਰਵਿਊ ਮਤਲਬ ਕੈਂਸਲ ਹੋ ਗਈ ਤੇ ਇੱਕ ਵਾਰੀ ਮੇਰੇ ਜਿਹੜਾ ਪੇਪਰ ਮਿਸ ਹੋ ਗਿਆ ਤੇ ਫਿਰ ਜਿਹੜੀ ਇੰਟਰਵਿਊ ਸੀਗੀ ਉਹ ਫਿਰ ਅੱਗੇ ਵੱਧ ਗਈ। ਮੈਂ ਕੀ ਕਰ ਸਕਦਾ? ਦੇਖੋ ਗੱਲ ਇਹ ਹੈਗੀ ਆ ਵੀ ਜਿਹੜਾ ਅਸੈਲਮ ਦਾ ਕੇਸ ਜਿਹੜਾ ਕੋਰਟ 'ਚ ਚੱਲ ਰਿਹਾ ਤੇ ਉੱਥੇ ਜੱਜ ਕੋਲ ਮੋਸ਼ਨ ਕੀਤੀ ਜਾ ਸਕਦੀ ਆ। ਮੈਂ 3 ਕੇਸਾਂ ਦੇ ਵਿੱਚ ਮੋਸ਼ਨ ਜਿਹੜੀ ਪਾਈ ਸੀ, ਉਹਨਾਂ ਵਿੱਚੋਂ 2 ਦੀ ਗ੍ਰਾਂਟ ਹੋ ਗਈ ਆ, ਜਿਨ੍ਹਾਂ ਦੇ ਡੇਟਾਂ 24 'ਚ ਸੀਗੀਆਂ, ਉਹ ਆਹ ਸਾਲ ਦੀਆਂ ਆ ਗਈਆਂ 21 'ਚ। ਸੋ ਇਸ ਕਰਕੇ ਜੇ ਤੁਸੀਂ ਮੋਸ਼ਨ ਪਾਓ ਤਾਂ ਜ਼ਿਆਦਾ ਜੱਜ ਗ੍ਰਾਂਟ ਕਰ ਦਿੰਦੇ ਨੇ, ਪਰ ਜੇ ਕੋਈ ਜੱਜ ਬਾਹਲਾ ਹੀ ਬਿਜ਼ੀ ਆ ਤੇ ਹੋ ਸਕਦਾ ਵੀ ਉਹ ਜੇ ਨਾ ਗ੍ਰਾਂਟ ਕਰੇ, ਪਰ ਉਹਨਾਂ ਕੋਲ ਜਿਹੜੀ ਫਸਟ ਅਵੇਲੇਬਲ ਡੇਟ ਹੁੰਦੀ ਆ ਉਹ ਦੇ ਦਿੰਦੇ ਨੇ ਉਹ। ਤੇ ਇਸ ਕਰਕੇ ਆਪਣੇ ਵਕੀਲ ਨੂੰ ਕਹੋ, ਪਰ ਜੇ ਹੁਣ ਤੁਹਾਡਾ ਵਕੀਲ ਇਹਦੇ 'ਚ ਨਹੀਂ ਕੋਈ ਹੈਲਪ ਕਰ ਰਿਹਾ ਫਿਰ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ। ਤੇ ਲੇਕਿਨ ਉਹ ਤੁਸੀਂ ਮੋਸ਼ਨ ਪਾਓ ਤਾਂ ਉਹਦੇ ਵਿੱਚ ਜੱਜ ਤੁਹਾਨੂੰ ਪਹਿਲਾਂ ਡੇਟ ਦੇ ਸਕਦਾ। ਅਗਲਾ ਕੇਸ ਆ ਜੀ ਸਾਡੀ F4 ਕੈਟਾਗਰੀ ਡੇਟ ਦੀ, ਜਿਹੜੀ ਪ੍ਰਾਇਓਰਟੀ ਡੇਟ ਆ ਉਹ ਮਈ 4 2005 ਆ। ਡਾਕੂਮੈਂਟ ਸਾਰੇ ਕੰਪਲੀਟ ਹੋ ਗਏ ਆ, 2020 ਤੋਂ ਤੇ ਕੋਈ ਡੇਟ ਨਹੀਂ ਆ ਰਹੀ। ਇਹਨੂੰ ਟਾਈਮ ਲੱਗੂਗਾ ਜੀ, ਕਿਉਂਕਿ ਇਹ ਕੈਟਾਗਰੀ ਬੰਦ ਵੀ ਰਹੀ ਆ, ਪਰ ਹੁਣ ਮੂਵ ਹੋਈ ਆ, ਪਰ ਥੋੜ੍ਹੀ ਹੋਈ ਆ, 15-20 ਦਿਨ ਹੀ ਅੱਗੇ ਵਧੀ ਆ। ਹੁਣ ਦੇਖਦੇ ਆ ਆਉਂਦੇ ਦਿਨਾਂ ਦੇ ਵਿੱਚ ਕਿੰਨੀ ਕੁ ਵੱਧਦੀ ਆ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਦੀ ਪ੍ਰਾਇਓਰਟੀ ਡੇਟ ਅਕਤੂਬਰ 2008 ਦੀ ਹੈ, ਕਿੰਨਾ ਟਾਈਮ ਲੱਗੂਗਾ? ਅਜੇ ਤਾਂ 2005 ਚੱਲ ਰਿਹਾ ਜੀ ਤੇ ਇਹਨੂੰ ਅਜੇ 2-3 ਸਾਲ ਤੁਹਾਡੇ ਹੋਰ ਲੱਗ ਸਕਦੇ ਆ। ਤੇ ਅਗਲਾ ਸਵਾਲ ਹੈ ਜੀ ਕਿ ਵਰਕ ਪਰਮਿਟ ਅਪਲਾਈ ਕੀਤਾ ਸੀ ਦਸੰਬਰ 20 ਵਿੱਚ ਰਿਨਿਊ ਵਾਸਤੇ, ਅਜੇ ਤੱਕ ਨਹੀਂ ਆਇਆ। ਉਹ ਮੈਂ ਦੱਸ ਕੇ ਹਟਿਆ ਜੀ ਪਹਿਲਾਂ ਕਿ ਜਿਹੜਾ ਰਿਨਿਊਅਲ ਆ ਇਹਨੂੰ ਅੱਜ ਕੱਲ੍ਹ 6 ਮਹੀਨੇ ਤੋਂ 9 ਮਹੀਨੇ ਲੱਗ ਰਹੇ ਆ, ਐਵਰੇਜ 8 ਲੱਗ ਰਹੇ ਆ। ਸੋ ਤੁਸੀਂ ਜੇ ਹੁਣ ਦਸੰਬਰ 'ਚ ਕੀਤਾ ਤੇ ਤੁਹਾਡਾ ਹੁਣ ਅਗਸਤ ਜਾਂ ਸਪਟੈਂਬਰ ਦੇ ਵਿੱਚ ਆਉਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਜਨਵਰੀ 2006 'ਚ F4 ਕੀਤਾ ਸੀ, ਕਿੰਨਾ ਟਾਈਮ ਲੱਗੂਗਾ? ਤੁਹਾਡੀ ਵਾਰੀ ਤਾਂ ਆ ਜਾਣੀ ਹੈ ਜੀ ਛੇਤੀ, ਕਿਉਂਕਿ ਹੁਣ ਸਪਟੈਂਬਰ 2005 ਚੱਲ ਰਿਹਾ, ਹੋ ਸਕਦਾ 5-6 ਮਹੀਨੇ ਜਾਂ 8 ਮਹੀਨੇ ਆ ਜਾਵੇ, ਡਿਪੈਂਡਿੰਗ ਔਨ ਕਿੰਨੀ ਕੁ ਤੇਜ਼ ਚੱਲਦੀ ਆ, ਆਉਣੀ ਚਾਹੀਦੀ ਹੈ ਵਾਰੀ। ਤੇ ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ 2009 'ਚ ਕੀਤਾ, ਕਿੰਨਾ ਟਾਈਮ ਲੱਗੂਗਾ? 2005 ਚੱਲ ਰਿਹਾ ਜੀ, ਤੁਹਾਨੂੰ ਅਜੇ 4 ਸਾਲ ਹੋਰ ਲੱਗ ਸਕਦੇ ਆ। ਤੇ ਅਗਲਾ ਸਵਾਲ ਹੈ ਜੀ ਕਿ F3 ਕੈਟਾਗਰੀ 2000 ਮਾਰਚ 8 'ਚ ਅਪਲਾਈ ਕੀਤਾ ਸੀ, ਫੀਸਾਂ ਜਮ੍ਹਾਂ ਹੋ ਗਈਆਂ 19 'ਚ ਤੇ ਲੇਕਿਨ ਅਜੇ ਤੱਕ ਕੋਈ ਇੰਟਰਵਿਊ ਦੀ ਡੇਟ ਨਹੀਂ ਆਈ। ਇਹ ਤੇ ਬੈਨ ਲੱਗਿਆ ਸੀ ਜੀ ਇਸ ਕੈਟਾਗਰੀ ਤੇ ਪਿਛਲੇ ਸਾਲ, ਉਹਦੇ ਕਰਕੇ ਡਿਲੇ ਹੋਈ ਆ, ਪਰ ਇਹ ਕੈਟਾਗਰੀ ਹੁਣ ਤੁਰੀ ਆ ਤੇ ਹੁਣ ਇਹ ਤੇ ਚੱਲ ਰਿਹਾ ਜੀ ਉੱਥੇ 8 ਨਵੰਬਰ 2008। ਸੋ ਇਸ ਕਰਕੇ ਉਹਨਾਂ ਨਾਲ ਕੰਟੈਕਟ ਕਰੋ, ਈਮੇਲ ਕਰੋ, ਚਿੱਠੀ ਲਿਖੋ, ਹੋ ਸਕਦਾ ਤੁਹਾਨੂੰ ਡੇਟ ਉਹ ਦੇ ਦੇਣ। ਤੇ ਅਗਲਾ ਸਵਾਲ ਹੈ ਜੀ ਕਿ ਕ੍ਰੈਡੀਬਲ ਫੀਅਰ ਇੰਟਰਵਿਊ ਜਿਹੜੀ ਹੁੰਦੀ ਆ ਇਹਦੇ ਵਿੱਚ ਕੀ ਪੁੱਛਦੇ ਆ, ਕਿੱਦਾਂ ਦੇ ਕੇਸ ਫਾਈਲ ਹੁੰਦੇ ਆ? ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਹੈ ਜੀ, ਇਹ ਜਿਹੜੇ ਬੰਦੇ ਬਾਰਡਰ ਤੇ ਆਉਂਦੇ ਆ ਉੱਥੋਂ ਕ੍ਰਾਸ ਕਰਕੇ ਤਾਂ ਉਹਨਾਂ ਦੀ ਹੁੰਦੀ ਆ। ਇਹਦੇ ਵਿੱਚ ਉਹ ਇਹੀ ਪੁੱਛਦੇ ਆ ਕਿ ਉਹਨੂੰ ਪ੍ਰੋਬਲਮ ਕੀ ਆ ਤੇ ਜਿਹੜੇ ਅਸੈਲਮ ਦੇ 5 ਗਰਾਊਂਡ ਨੇ ਉਹਨਾਂ ਦੇ ਵਿੱਚ ਕੇਸ ਆਉਂਦਾ ਕਿ ਨਹੀਂ ਆਉਂਦਾ, ਤੇ ਉਹਨਾਂ ਨੇ ਫੈਸਲਾ ਇਹ ਕਰਨਾ ਹੁੰਦਾ ਵੀ ਕੀ ਇਹ ਜਿਹੜਾ ਕੇਸ ਆ ਇਹ ਇਮੀਗ੍ਰੇਸ਼ਨ ਜੱਜ ਦੇ ਕੋਲ ਪੇਸ਼ ਕਰਨ ਦੇ ਯੋਗ ਹੈ ਕਿ ਨਹੀਂ, ਕਿ ਇਹਨੂੰ ਕੋਈ ਖਤਰਾ ਹੈ ਕਿ ਨਹੀਂ। ਬੇਸਿਕਲੀ ਉਹਨਾਂ ਨੇ ਇਹ ਦੇਖਣਾ ਹੁੰਦਾ ਕਿ ਤੁਸੀਂ ਕ੍ਰੈਡੀਬਲ ਹੋ ਕਿ ਨਹੀਂ। ਮਤਲਬ ਕ੍ਰੈਡੀਬਲ ਦਾ ਮਤਲਬ ਹੁੰਦਾ ਕਿ ਤੁਸੀਂ ਸੱਚੇ ਹੋ, ਜੋ ਤੁਸੀਂ ਕਹਿ ਰਹੇ ਹੋ ਉਹਦਾ ਤੁਹਾਡਾ ਕੋਈ ਕੇਸ ਬਣਦਾ ਕਿ ਨਹੀਂ ਬਣਦਾ, ਬੇਸਿਕਲੀ ਇਹ ਦੇਖਣਾ ਹੁੰਦਾ। ਸੋ ਇਹਦੇ ਵਿੱਚ ਜਿਹੜੇ ਅਸੈਲਮ ਦੇ 5 ਗਰਾਊਂਡ ਨੇ ਉਹਨਾਂ ਦੇ ਵਿੱਚ ਤੁਹਾਡਾ ਕੇਸ ਹੋਣਾ ਚਾਹੀਦਾ। ਤੁਹਾਨੂੰ ਇਹ ਸ਼ੋਅ ਕਰਨਾ ਪੈਣਾ ਕਿ ਤੁਹਾਡਾ ਆਪਣੇ ਮੁਲਕ ਤੁਹਾਡੀ ਪਰਸੀਕਿਊਸ਼ਨ ਹੋਈ ਆ ਤੇ ਉਹ ਕਿਸੇ ਪੋਲੀਟੀਕਲ ਗਰਾਊਂਡ ਤੇ ਹੋਈ ਆ, ਤੁਹਾਡੀ ਕੋਈ ਪਰਸਨਲ ਐਨਮਿਟੀ ਨਹੀਂ ਚਾਹੀਦੀ ਕਿਸੇ ਨਾਲ, ਤੇ ਉਹਦੇ ਨਾਲ ਤੁਹਾਡੇ ਕੋਲ ਡਾਕੂਮੈਂਟੇਸ਼ਨ ਹੈਗੀ ਉਹਨੂੰ ਬੈਕ ਕਰਨ ਲਈ। ਤੇ ਉਹ ਜੇ ਤੁਸੀਂ ਉਹਨਾਂ ਨੂੰ ਦੱਸਦੇ ਹੋ ਕਿ ਮੇਰੇ ਨਾਲ ਕੀ ਵਾਪਰਿਆ ਤੇ ਉਹ ਵਾਪਰਿਆ ਹੋਣਾ ਚਾਹੀਦਾ, ਇਹ ਨਹੀਂ ਵੀ ਤੁਸੀਂ ਐਵੇਂ ਗੱਲ ਬਣਾ ਕੇ ਕਹਿ ਦਿਓ, ਉਹਨਾਂ ਨੂੰ ਪਤਾ ਲੱਗ ਜਾਂਦਾ, ਉਹਦਾ ਕੋਈ ਫਾਇਦਾ ਨਹੀਂ। ਜੇ ਸੱਚੀ ਗੱਲ ਆ ਉਹ ਦੱਸੋ ਤੇ ਜਿਹੜਾ ਹੈਗਾ ਝੂਠਾ ਕੇਸ ਨਾ ਕਰੋ, ਜੇ ਸੱਚਾ ਉਹ ਕਰੋ।
ਤੇ ਜੇ ਉਹਦੇ ਨਾਲ ਤੁਹਾਨੂੰ ਕੋਲ ਡਾਕੂਮੈਂਟੇਸ਼ਨ ਵੀ ਹੈਗੀ ਆ, ਉਹ ਤੁਸੀਂ ਉਹਨਾਂ ਨੂੰ ਦਿਓ ਤਾਂ ਉਹ ਕ੍ਰੈਡੀਬਲ ਫੀਅਰ 'ਚੋਂ ਪਾਸ ਕਰਕੇ ਤੇ ਕੇਸ ਅੱਗੇ ਇਮੀਗ੍ਰੇਸ਼ਨ ਜੱਜ ਕੋਲ ਭੇਜ ਦਿੰਦੇ ਨੇ। ਸਾਡਾ ਕਿ ਇੱਦਾਂ ਹੀ ਕੇਸ ਸੀਗਾ ਜਿਹਨੂੰ ਕਿ ਇਹਨਾਂ ਨੇ ਕ੍ਰੈਡੀਬਲ ਫੀਅਰ 'ਚੋਂ ਫੇਲ ਕੀਤਾ, ਉਦੋਂ ਬਾਅਦ ਇਮੀਗ੍ਰੇਸ਼ਨ ਜੱਜ ਕੋਲ ਭੇਜਿਆ, ਕਿਉਂਕਿ ਇੱਕ ਚਾਂਸ ਹੁੰਦਾ ਜੱਜ ਕੋਲ। ਉਹ ਸਟੇਜ ਦੇ ਵਿੱਚ ਅਸੀਂ ਇਨਵੋਲਵ ਹੋਏ, ਅਸੀਂ ਜੱਜ ਕੋਲ ਉਹਦੀ ਪੈਰਵੀ ਕੀਤੀ, ਸਾਰੀ ਡਾਕੂਮੈਂਟੇਸ਼ਨ ਉਹਦੇ ਕੋਲ ਸੀਗੀ ਸਾਰੀ, ਉਹ ਪ੍ਰੋਵਾਈਡ ਕੀਤੀ ਤਾਂ ਉਹਨੇ ਪਾਸ ਕਰਤਾ ਉਹਦਾ ਕੇਸ ਉਹ 'ਚੋਂ ਕ੍ਰੈਡੀਬਲ 'ਚੋਂ, ਤੇ ਉਹ ਫਿਰ ਬੰਦਾ ਬੌਂਡ ਤੋਂ ਬਾਹਰ ਆ ਗਿਆ। ਸੋ ਇੱਦਾਂ ਇਹਦਾ ਇਹ ਸਿਸਟਮ ਹੈ ਜੀ। ਤੇ ਅਗਲਾ ਸਵਾਲ ਹੈ ਜੀ, ਉਹ ਕਹਿੰਦੇ ਨੇ ਕਿ ਅਸਾਈਲਮ ਕੇਸ ਦੀ ਇੰਟਰਵਿਊ ਡੇਟ ਲੈ ਸਕਦਾ, ਮੇਰਾ 2014 'ਚ ਅਪਲਾਈ ਕੀਤਾ, ਅਜੇ ਤੱਕ ਡੇਟ ਨਹੀਂ ਆਈ। ਇਹ ਪਿਛਲੀ ਸਰਕਾਰ ਨੇ ਫੈਸਲਾ ਕੀਤਾ ਸੀ ਕਿ 18 ਤੋਂ ਜਿਹੜੇ ਕੇਸ ਪੁਰਾਣੇ ਉਹਦੀ ਡੇਟ ਨਹੀਂ ਦੇਣੀ, ਬਾਅਦ ਵਾਲੇ ਦੇਣੀ ਆ, ਤੇ ਹੁਣ ਡੇਟਾਂ ਤੁਸੀਂ ਲੈ ਸਕਦੇ ਹੋ ਕਿਉਂਕਿ ਇਹ ਪਾਲਿਸੀ ਇਹ ਸਰਕਾਰ ਨੇ ਚੇਂਜ ਕਰਤੀ ਹੈ। ਸੋ ਜੇ ਤੁਹਾਡਾ 14 'ਚ ਅਪਲਾਈ ਹੋਇਆ, ਨਹੀਂ ਡੇਟ ਆਈ, ਤੁਸੀਂ ਆਪਣੇ ਵਕੀਲ ਨਾਲ ਕੰਟੈਕਟ ਕਰੋ। ਜੇ ਤੁਹਾਡਾ ਕੋਈ ਵਕੀਲ ਨਹੀਂ ਹੈਗਾ ਤਾਂ ਸਾਡੇ ਨਾਲ ਕਰੋ, ਤੇ ਡੇਟ ਹੁਣ ਕਢਾਈ ਜਾ ਸਕਦੀ ਹੈ। ਅਗਲਾ ਸਵਾਲ ਹੈ ਜੀ ਕਿ ਜਿਹੜਾ F3 ਕੈਟਾਗਰੀ ਆ ਉਹਦੀ ਪ੍ਰਾਇਓਰਟੀ ਡੇਟ ਆ ਦਸੰਬਰ 8 ਦੀ, ਤੇ ਅਗਸਤ ਦੇ ਵਿੱਚ ਅਪਰੂਵਲ ਤੇ ਫੀਸ ਜਮ੍ਹਾਂ ਹੋ ਗਈ ਸੀ, ਕਿੰਨਾ ਟਾਈਮ ਲੱਗੂਗਾ? ਦੇਖੋ ਦਸੰਬਰ 2008 ਦੀ ਹੈਗੀ ਆ, ਤੇ ਅੱਜ ਕੱਲ੍ਹ ਹੁਣ ਨਵੰਬਰ ਚੱਲ ਰਿਹਾ, ਤੇ ਤੁਹਾਡੀ ਵਾਰੀ ਆਉਣ ਵਾਲੀ ਆ, ਹੋ ਸਕਦਾ ਮਹੀਨੇ 2 ਮਹੀਨੇ ਜਾਂ 3 ਮਹੀਨੇ 'ਚ ਵਾਰੀ ਤੁਹਾਡੀ ਆ ਸਕਦੀ ਆ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਸਰ I-730 ਦੀ ਕੀ ਅਪਡੇਟ ਆ? ਉਹ ਮੈਂ ਦੱਸ ਕੇ ਹਟਿਆ ਜੀ ਕਿ ਇਹਨੂੰ ਅੱਜ ਕੱਲ੍ਹ ਤਕਰੀਬਨ 2.5 ਸਾਲ ਲੱਗ ਰਹੇ ਨੇ, ਤੇ ਇਹਦੇ 'ਚ ਵੇਟ ਕਰਨੀ ਪੈਂਦੀ ਆ। ਸੋ ਤਕਰੀਬਨ ਜਿਹੜੀਆਂ ਹੁਣ ਆ ਰਹੀਆਂ ਨੇ ਅਪਰੂਵਲਾਂ, ਉਹ ਤਕਰੀਬਨ ਜਿਨ੍ਹਾਂ ਨੇ 2.5 ਸਾਲ ਪਹਿਲਾਂ ਕੀਤਾ ਸੀ ਉਹਨਾਂ ਦੀਆਂ ਆ ਰਹੀਆਂ। 'ਚ ਵੀ ਕਾਫੀ ਜਿਹੜਾ ਬੈਕਲੌਗ ਆ, ਕਿਉਂਕਿ ਬੈਨ ਲੱਗਿਆ ਰਿਹਾ ਕਈ ਕੈਟਾਗਰੀਆਂ, ਤੇ ਇਹ ਤਾਂ ਉਹਦੇ 'ਚ ਨਹੀਂ ਸੀ, ਪਰ ਫਿਰ ਵੀ ਉਹਦੇ ਕਰਕੇ ਸਲੋ ਰਿਹਾ ਕਾਫੀ ਕੰਮ। ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਆ ਕਿ ਕੀ US ਸਿਟੀਜ਼ਨ ਆਪਣੇ ਅਨਮੈਰਿਡ ਬੱਚੇ 21 ਸਾਲ ਤੋਂ ਉੱਪਰ ਨੂੰ ਅਪਲਾਈ ਕਰ ਸਕਦਾ? ਤੇ ਹਾਂਜੀ ਜ਼ਰੂਰ ਕਰ ਸਕਦਾ। ਜਿਹੜਾ ਅਨਮੈਰਿਡ ਤੋਂ ਉੱਪਰ ਤਾਂ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਅਨਮੈਰਿਡ ਉਹ ਵੀ ਕਰ ਸਕਦਾ, 21 ਤੋਂ ਉੱਪਰ ਸਿਟੀਜ਼ਨ ਦਾ ਕਰ ਹੀ ਸਕਦਾ, ਬਲਕਿ ਸਿਟੀਜ਼ਨ ਜਿਹੜਾ ਮੈਰਿਡ ਬੱਚੇ ਦਾ ਵੀ ਅਪਲਾਈ ਕਰ ਸਕਦਾ। ਪਰ ਜਿਹੜੀ ਡੇਟ ਆ ਇਹ 'ਚ ਇੰਟਰਸਟਿੰਗ ਗੱਲ ਆ ਜਿਹਦੇ ਬਾਰੇ ਕਿ ਤੁਸੀਂ ਸਵਾਲ ਕੀਤਾ, ਉਹ ਇਹ ਆ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਜਿਹੜੇ ਅਨਮੈਰਿਡ ਬੱਚੇ ਦਾ ਕਰਦੇ ਆ, ਉੱਥੇ ਚੱਲ ਰਿਹਾ ਜੀ ਹੁਣ 22 ਸਤੰਬਰ 2015 ਦੇ ਜਿਹੜੇ ਸਿਟੀਜ਼ਨ ਕਰਦੇ ਆ ਉੱਥੇ ਚੱਲ ਰਿਹਾ 14। ਸੋ ਗ੍ਰੀਨ ਕਾਰਡ ਹੋਲਡਰ ਤੋਂ ਅਨਮੈਰਿਡ ਦਾ ਕਰਦਾ ਉਹ 1 ਸਾਲ ਛੇਤੀ ਆ ਰਹੇ ਆ ਤੇ ਸਿਟੀਜ਼ਨ ਨਾਲੋਂ। ਸੋ ਇਹ ਜਿਹੜਾ ਹੁਣ ਦਾ ਫਰਕ ਹੈਗਾ। ਤੇ ਅਗਲਾ ਸਵਾਲ ਹੈ ਜੀ ਕਿ ਸਾਡੇ ਜੇ ਕੋਈ ਫੈਮਿਲੀ ਬਾਰਡਰ ਕ੍ਰਾਸ ਕਰਕੇ ਬੱਚਿਆਂ ਨਾਲ ਆਉਂਦੀ ਨੂੰ ਡਿਪੋਰਟ ਤਾਂ ਨਹੀਂ ਕਰਦੇ? ਇਹਦੇ ਬਾਰੇ ਵੀ ਮੈਂ ਦੱਸ ਕੇ ਹਟਿਆ ਜੀ ਕਿ ਜਿਹੜੀ ਹੁਣ ਦੀ ਪਾਲਿਸੀ ਹੈ ਸਰਕਾਰ ਦੀ, ਉਹ ਇਹ ਹੈਗੀ ਆ ਕਿ ਜਿਹੜਾ ਬਾਰਡਰ ਤੇ ਆਉਂਦਾ ਫੈਮਿਲੀ ਨਾਲ, ਉਹਨੂੰ ਪੁੱਛਦੇ ਨੇ ਵੀ ਤੈਨੂੰ ਕੋਈ ਪ੍ਰੋਬਲਮ ਹੈਗੀ ਆਪਣੀ ਕੰਟਰੀ 'ਚ? ਜੇ ਉਹ ਬੰਦਾ ਆਪਣੀ ਪ੍ਰੋਬਲਮ ਦੱਸੇ ਤੇ ਉਹ ਦੱਸੇ ਕਿ ਕੀ ਉਹਨੂੰ ਖਤਰਾ ਆ, ਤੇ ਉਹ ਖਤਰਾ ਅਸਾਈਲਮ ਦੇ 5 ਗਰਾਊਂਡਾਂ ਦੇ ਵਿੱਚ ਆਉਂਦਾ ਹੋਵੇ ਤਾਂ ਉਹਨੂੰ ਉਹ ਫਿਰ ਇਮੀਗ੍ਰੇਸ਼ਨ ਜੱਜ ਕੋਲ ਅੱਗੇ ਭੇਜ ਦਿੰਦੇ ਆ, ਉਹਨੂੰ ਆਪਣਾ ਕੇਸ ਲੜਨ ਦਾ ਮੌਕਾ ਦਿੰਦੇ ਆ। ਪਰ ਜੇ ਉਹਨੂੰ ਕੋਈ ਪ੍ਰੋਬਲਮ ਹੀ ਹੈ ਨਹੀਂ, ਜਾਂ ਉਹਨਾਂ ਨੂੰ ਲੱਗਦਾ ਵੀ ਇਹ ਬੰਦਾ ਝੂਠ ਬੋਲ ਰਿਹਾ, ਕੋਈ ਪ੍ਰੋਬਲਮ ਨਹੀਂ, ਤਾਂ ਉਹਨੂੰ ਫਿਰ ਡਿਪੋਰਟ ਕਰ ਸਕਦੇ ਆ ਉੱਥੋਂ ਹੀ ਬਿਨਾਂ ਜੱਜ ਕੋਲ ਭੇਜੇ। ਤੇ ਆਖਰੀ ਸਵਾਲ ਲੈ ਲੈਂਦੇ ਆ ਜੀ ਅੱਜ ਦਾ, ਇਹ ਹੈਗਾ ਕਿ ਸਾਡਾ ਜਿਹੜਾ ਕੇਸ ਹੈਗਾ ਉਹ ਸਿਸਟਰ ਨੇ ਅਪਲਾਈ ਕੀਤਾ ਸੀ 2006 'ਚ, ਤੇ ਅਪਰੂਵਲ 2009 'ਚ ਆਈ ਸੀ, ਤੇ ਬੱਚੇ ਦੀ ਉਮਰ 25 ਸਾਲ ਆ ਕਿ ਆ ਸਕਦਾ। ਦੇਖੋ ਜੇ 6 'ਚ ਅਪਲਾਈ ਕੀਤਾ ਤੇ 9 'ਚ ਮਤਲਬ 3 ਸਾਲ ਦਾ ਟਾਈਮ ਹੈਗਾ, ਤੇ ਉਹ 3 ਸਾਲ 25 'ਚੋਂ ਕੱਢਣੇ ਪੈਣੇ ਆ। ਲੱਗਦਾ ਤਾਂ ਨਹੀਂ ਆਊਗਾ ਕਿਉਂਕਿ ਜਿਹੜਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ ਉਹਦੀ ਜਿਹੜੀ ਕੈਲਕੂਲੇਸ਼ਨ ਆ ਉਹ ਹੁੰਦੀ ਵੀ ਜਦੋਂ ਅਪਲਾਈ ਤੁਸੀਂ ਕਰਦੇ ਆ ਤੇ ਅਪਰੂਵਲ ਆਉਂਦੀ ਆ, ਉਹ ਟਾਈਮ ਜਿਹੜਾ ਜਦੋਂ ਪ੍ਰਾਇਓਰਟੀ ਡੇਟ ਕਰੰਟ ਹੁੰਦੀ ਆ ਉਸ ਟਾਈਮ ਤੇ ਬੱਚੇ ਦੀ ਉਮਰ 'ਚੋਂ ਕੱਢਣਾ ਪੈਂਦਾ। ਸੋ ਅਜੇ ਤਾਂ ਪ੍ਰਾਇਓਰਟੀ ਡੇਟ ਵੀ ਨਹੀਂ ਆਈ, ਤਾਂ ਹੋ ਸਕਦਾ ਨਾ ਆਵੇ, ਪਰ ਕੋਸ਼ਿਸ਼ ਕਰਕੇ ਦੇਖਣ 'ਚ ਕੋਈ ਹਰਜ ਨਹੀਂ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਤੁਹਾਨੂੰ ਆਸ ਹੈ ਕਿ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ, ਤੇ ਆਪਣੇ ਜਿਹੜੇ ਵੀ ਤੁਹਾਡੇ ਸਵਾਲ ਨੇ ਤੇ ਲਿਖ ਕੇ ਭੇਜੋ, ਤੇ ਜਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ jpsinghattorney@gmail ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਸਰਲ ਤਰੀਕੇ ਦੇ ਨਾਲ ਦਿੱਤੇ ਜਾਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.